हाँ जी दोस्तों, स्वागत है जी आप सारिਆਂ ਦਾ YouTube ਚੈਨਲ ਤਤ ਗੁਰਮਤ ਗਿਆਨ ਦੇ ਉੱਤੇ। ਹਰ ਸੋਮਵਾਰ ਦੀ ਤਰ੍ਹਾਂ ਐਤਕੀ ਫਿਰ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਸਵਾਲ ਜਵਾਬ ਲੈ ਕੇ। ਸਟੂਡੀਓ ਦੇ ਵਿੱਚ ਮੈਂ ਮਨਜੋਤ ਸਿੰਘ ਤੇ ਮੇਰੇ ਨਾਲ ਨੇ ਪ੍ਰੋਫੈਸਰ ਇੰਦਰ ਸਿੰਘ ਘੱਗਾ। ਆਓ ਆਪਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲੜੀਵਾਰ ਸਵਾਲ ਜਵਾਬ ਪ੍ਰੋਗਰਾਮ ਜਿਹੜਾ ਹੈਗਾ ਆਪਣਾ ਲਗਾਤਾਰ ਚੱਲ ਰਿਹਾ ਹੈ ਤੇ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦੇਖੇ ਹੈਗੇ ਆ ਸਵਾਲ ਨੰਬਰ 395 396 ਤੋਂ ਲੈ ਕੇ ਤੇ 400 ਤੱਕ ਦੇ ਜਿਹੜੇ ਜਵਾਬ ਸੀਗੇ ਉਹ ਆਪਾਂ ਪ੍ਰੋਫੈਸਰ ਸਾਹਿਬ ਹੁਣਾਂ ਤੋਂ ਲਏ ਆ। ਅੱਜ ਆਪਾਂ ਉਸੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦੇ ਹੋਏ 401 ਤੋਂ ਲੈ ਕੇ 405 ਤੱਕ ਜਿਹੜੇ ਸਵਾਲ ਹੈ ਉਹਨਾਂ ਦੇ ਬਾਰੇ ਆਪਾਂ ਪ੍ਰੋਫੈਸਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਇਹਦੇ ਨਾਲ ਨਾਲ ਅਸੀਂ ਸਰੋਤਿਆਂ ਨੂੰ ਦੱਸ ਦਈਏ ਵੀ ਜਿਹੜੀ ਸਵਾਲ ਜਵਾਬ ਪ੍ਰੋਗਰਾਮ ਹੈਗਾ ਸ਼ੁਰੂ ਕਰਨਾ ਸੀਗਾ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਸੀਗੇ। ਅਸੀਂ ਆਪ ਇੱਥੇ ਵਿਚਰ ਕੇ ਦੇਖਿਆ, ਸਾਡੇ ਬੜੇ ਸਵਾਲ ਹੈਗੇ ਆ ਇਤਿਹਾਸ ਤੋਂ ਰਿਲੇਟਡ, ਗੁਰਬਾਣੀ ਤੋਂ ਰਿਲੇਟਡ, ਜਿਹੜੇ ਆਉਂਦੇ ਹੈਗੇ ਆ ਸਾਡੇ ਅੰਦਰ ਪਰ ਬਾਹਰ ਨਹੀਂ ਜਾਂਦੇ ਕਿਤੇ। ਕਿਉਂਕਿ ਉਹ ਸਵਾਲ ਕਰਨ ਦਾ ਸਾਨੂੰ ਕਿਤੇ ਮਾਧਿਅਮ ਨਹੀਂ ਮਿਲਿਆ, ਕਿਤੇ ਕੋਈ ਬੰਦਾ ਐਸਾ ਮਿਲਿਆ ਨਹੀਂ ਜਿਹੜਾ ਸਾਡੇ ਸਵਾਲਾਂ ਦੇ ਜਵਾਬ ਦੇ ਸਕੇ ਬੜੀ ਹਲੀਮੀ ਦੇ ਨਾਲ, ਕਿਉਂਕਿ ਗਲ ਪੈਣ ਵਾਲੀ ਕੰਡੀਸ਼ਨ ਹੋ ਜਾਂਦੀ ਸੀ। ਸਵਾਲ ਕੋਈ ਕਿਸੇ ਧਾਰਮਿਕ ਮਨੌਤ ਦੇ ਉੱਤੇ ਖੜਾ ਕਰ ਦਿੰਦੇ ਸੀ। ਵਾਕਈ ਐਸੇ ਬਹੁਤ ਸਾਰੇ ਵਰਤਾਰੇ ਹੈਗੇ ਆ, ਐਸੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ, ਭਗਤ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ ਕੱਟੀਆਂ, ਪਰ ਸਾਡੇ ਇਤਿਹਾਸਕ ਸਥਾਨਾਂ ਦੇ ਉੱਤੇ ਅੱਜ ਉਹ ਹੂਬਹੂ ਚੱਲ ਰਿਹਾ ਸਾਰੇ ਦਾ ਸਾਰਾ। ਗੁਰਬਾਣੀ ਤੋਂ ਐਂਟੀ ਹੋ ਕੇ ਜਿਹੜੇ ਕੰਮ ਹੁੰਦੇ ਆ ਉਹ ਸਾਰੇ ਚੱਲਦੇ ਆ, ਉਹਨਾਂ ਤੇ ਸਵਾਲ ਖੜੇ ਹੁੰਦੇ ਆ ਪਰ ਕਰਨ ਦਾ ਹੱਕ ਨਹੀਂ ਮਿਲਦਾ। ਸੋ ਸਰੋਤਿਆਂ ਦੀ ਇਸ ਗੱਲਬਾਤ ਨੂੰ ਦੇਖਦੇ ਹੋਏ ਪ੍ਰੋਗਰਾਮ ਆਪਾਂ ਲੈ ਕੇ ਆਏ ਸੀ। ਪ੍ਰੋਫੈਸਰ ਸਾਹਿਬ ਹੁਣਾਂ ਨੂੰ ਬੇਨਤੀ ਕੀਤੀ ਸੀ ਸਵਾਲ ਜਵਾਬ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਜੀ। ਅੱਜ ਦਾ ਜਿਹੜਾ ਸਵਾਲ ਹੈਗਾ 401 ਨੰਬਰ ਆਪਣਾ ਬਿੱਟੂ ਸਿੰਘ UAE ਕੁਵੈਤ ਤੋਂ, ਉਹਨਾਂ ਦਾ ਸਵਾਲ ਹੈ ਜੀ। ਜਿਸ ਤਰ੍ਹਾਂ ਆਪਣੇ ਜਿੰਨੇ ਵੀ ਧਰਮ ਹੈਗੇ ਆ, ਜੋ ਵੀ ਹੈਗੇ ਆ, ਸਾਰੇ ਦੇ ਸਾਰੇ ਰੂਹ ਨੂੰ ਜ਼ਰੂਰ ਮੰਨਦੇ ਆ, ਚਾਹੇ ਉਹ ਸਿੱਖ ਧਰਮ ਦੀ ਗੱਲ ਹੋਵੇ ਚਾਹੇ ਹਿੰਦੂ ਧਰਮ ਦੀ ਗੱਲ ਹੋਵੇ। ਹਰ ਇੱਕ ਧਰਮ ਦਾ ਮੰਨਣਾ ਹੈਗਾ ਵੀ ਰੂਹ ਹੁੰਦੀ ਆ ਔਰ ਜਨਮ ਤੇ ਮਰਨ ਜਿਹੜਾ ਹੈਗਾ ਉਹ ਸਾਰਿਆਂ ਦੇ ਆਪਣੇ ਦਿਮਾਗ ਦੇ ਵਿੱਚ ਫਿੱਟ ਹੋਇਆ। ਇਹਨਾਂ ਦਾ ਸਵਾਲ ਹੈ, ਜਦੋਂ ਪ੍ਰਮਾਤਮਾ ਕਹਿੰਦੇ ਜਨਮ ਦਿੰਦਾ ਹੈ ਜਾਂ ਸਾਨੂੰ ਮਾਰਦਾ ਹੈ ਉਦੋਂ ਬਿਲਕੁਲ ਵੀ ਫਰਕ ਨਹੀਂ ਕਰਦਾ, ਨਾ ਕੋਈ ਜਾਤ ਪਾਤ ਦੇਖਦਾ ਹੈ। ਫਿਰ ਕਹਿੰਦਾ ਇਹਨਾਂ ਦਾ ਕਹਿਣਾ ਵੀ ਸਾਡੇ ਲਈ ਧਰਮ ਕਿਉਂ ਜ਼ਰੂਰੀ ਹੈ? ਜਦੋਂ ਪ੍ਰਮਾਤਮਾ ਜਨਮ ਤੇ ਮਰਨ ਵੇਲੇ ਸਾਡੀ ਜਾਤ ਪਾਤ ਨਹੀਂ ਦੇਖਦਾ ਤੇ ਫਿਰ ਸਾਡੇ ਲਈ ਧਰਮ ਨੂੰ ਅਪਣਾਉਣਾ, ਧਾਰਮਿਕ ਹੋਣਾ ਕਿੰਨਾ ਕੁ ਜ਼ਰੂਰੀ ਹੈ? ਕਿਉਂਕਿ ਪ੍ਰੋਫੈਸਰ ਸਾਹਿਬ ਧਰਮ ਦੀ ਜਿਹੜੀ ਪਰਿਭਾਸ਼ਾ ਹੈਗੀ ਆ ਉਹ ਸਿੱਖ, ਹਿੰਦੂ, ਮੁਸਲਮਾਨ ਬਣਾ ਦਿੱਤੀ ਗਈ। ਇਹ ਵੀ ਕਿਤੇ ਨਾ ਕਿਤੇ ਕਲੀਅਰ ਕਰਨ ਵਾਲੀ ਗੱਲ ਹੈ ਵੀ ਧਰਮ ਕੀ ਹੈ, ਜਰੂਰ ਦੱਸੋ ਜੀ ਇਹਦੇ ਬਾਰੇ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜੈਨ ਧਰਮ ਤੇ ਬੁੱਧ ਧਰਮ ਰੂਹ ਨੂੰ, ਆਤਮਾ ਨੂੰ ਨਹੀਂ ਮੰਨਦਾ। ਉਹ ਇਸੇ ਜੀਵਨ ਦੇ ਵਿੱਚ ਚੰਗਾ ਜਾਂ ਮਾੜਾ ਉਹਦਾ ਰਿਜ਼ਲਟ ਮਨੁੱਖ ਨੇ ਭੁਗਤਣਾ, ਉਹਨਾਂ ਦਾ ਇਹ ਮੰਨਣਾ ਹੈ। ਮਹਾਤਮਾ ਬੁੱਧ ਨੇ ਸਾਰੀ ਉਮਰ ਰੱਬ ਦੇ ਬਾਰੇ ਕੁਝ ਵੀ ਨਹੀਂ ਬੋਲਿਆ। ਜਦੋਂ ਕੋਈ ਰੱਬ ਬਾਰੇ ਪੁੱਛਦਾ ਸੀ ਤਾਂ ਮਹਾਤਮਾ ਬੁੱਧ ਜੀ, ਹਾਲਾਂਕਿ ਉਹ ਬਹੁਤ ਸਿਆਣੇ ਸਨ, ਪਰ ਇਹ ਕਹਿੰਦੇ ਸਨ ਕਿ ਰੱਬ ਬਾਰੇ ਮੈਂ ਜਾਣਦਾ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰੱਬ ਬਾਰੇ ਬੋਲਣਾ ਬਹੁਤ ਖਤਰੇ ਤੋਂ ਖਾਲੀ ਨਹੀਂ। ਜੇ ਕੋਈ ਨਾ ਕਰ ਦੇਵੇ ਵੀ ਮੈਂ ਰੱਬ ਨੂੰ ਨਹੀਂ ਮੰਨਦਾ ਤਾਂ ਉਹਦਾ ਸਮਾਜ ਦੇ ਵਿੱਚ ਜਿਉਣਾ ਰਹਿਣਾ ਔਖਾ ਹੋ ਜਾਂਦਾ ਹੈ। ਸੋ ਮਹਾਤਮਾ ਬੁੱਧ ਅਤੇ ਜੈਨ ਧਰਮ, ਇਹਨਾਂ ਦੋਵਾਂ ਨੇ ਰੱਬ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ ਹੈ ਮਨੁੱਖ ਨੇ ਕਰਨਾ ਹੈ, ਉਹਨਾਂ ਨੇ ਇਹ ਸਵੀਕਾਰ ਕੀਤਾ ਹੈ। ਅਗਲੀ ਗੱਲ, ਜਦੋਂ ਆਤਮਾ ਦੀ ਗੱਲ ਆਪਾਂ ਕਰਦੇ ਹਾਂ, ਇਹ ਆਤਮਾ ਨਾਮ ਦੀ ਚੀਜ਼ ਜਾਂ ਰੂਹ ਨਾਮ ਦੀ ਚੀਜ਼, ਇਹ ਤਾਂ ਜੀਵਾਂ, ਜੰਤੂਆਂ, ਪਸ਼ੂਆਂ, ਪੰਛੀਆਂ ਦੇ ਵਿੱਚ ਵੀ ਹਰ ਇੱਕ ਦੇ ਵਿੱਚ ਹੁੰਦੀ ਹੈ। ਭਾਵ ਕਿ ਜੋ ਸਿਸਟਮ ਸਾਨੂੰ ਅੰਦਰੋਂ ਚਲਾਉਂਦਾ ਹੈ ਉਹ ਸਿਸਟਮ ਸਾਡੀ ਰੂਹ ਹੈ। ਮੈਂ ਵਿਗਿਆਨ ਦੀਆਂ ਕੁਝ ਕਿਤਾਬਾਂ ਪੜ੍ਹ ਕੇ ਹੈਰਾਨ ਰਹਿ ਗਿਆ। ਇੱਥੋਂ ਤੱਕ ਵੀ ਪੜ੍ਹਿਆ ਕਿ ਮੈਂ ਸਵਾਲ ਕੀਤੇ ਕਈ ਇਸ ਕਿਸਮ ਦੇ ਖੋਜੀ ਵਿਦਵਾਨਾਂ ਨੂੰ ਕਿ ਜਿਹੜੀ ਸਾਡੇ ਅੰਦਰ ਗਰਮੀ ਹੈ ਇਹ ਕਿਵੇਂ ਪੈਦਾ ਹੁੰਦੀ ਹੈ। ਉਹ ਕਹਿੰਦੇ ਸਾਡੇ ਅੰਦਰ ਬਿਜਲੀ ਦੇ ਛੋਟੇ ਛੋਟੇ ਕਣ ਨੇ, ਉਹਨਾਂ ਦੇ ਵਿਸਫੋਟ ਹੁੰਦੇ ਨੇ, ਸੈੱਲ ਟੁੱਟਦੇ ਨੇ, ਵਿਸਫੋਟ ਧਮਾਕੇ ਹੁੰਦੇ ਨੇ, ਉਹਦੇ ਨਾਲ ਸਾਡਾ ਸਰੀਰ ਗਰਮ ਰਹਿੰਦਾ ਹੈ ਤੇ ਅਸੀਂ ਉਹਦੇ ਨਾਲ ਜਿਉਂਦੇ ਰਹਿੰਦੇ ਆ, ਜਿਹਨੂੰ ਅਸੀਂ ਕਹਿੰਦੇ ਆ ਕਿ ਅਸੀਂ ਤੁਰੇ ਫਿਰਦੇ ਆ। ਤੇ ਜੇ ਸਾਡੇ ਸਰੀਰ ਚੋਂ ਵਿਸਫੋਟ ਨਾ ਹੋਣ, ਗਰਮੀ ਪੈਦਾ ਨਾ ਹੋਵੇ ਤਾਂ ਸਰੀਰ ਠੰਡਾ ਹੋ ਕੇ ਬਰਫ਼ ਬਣ ਜਾਵੇਗਾ ਜਾਂ ਮਿੱਟੀ ਬਣ ਜਾਵੇਗਾ, ਫਿਰ ਇਹ ਨਹੀਂ ਚੱਲੇਗਾ। ਉਹ ਜਿਹੜਾ ਸਿਸਟਮ ਹੈ ਅੰਦਰ, ਉਹਨੂੰ ਕੌਣ ਬਣਾਉਂਦਾ ਹੈ, ਕਿੱਥੋਂ ਆਉਂਦਾ ਹੈ, ਇਹ ਸਾਡੀ ਪਹੁੰਚ ਤੋਂ ਪਰੇ ਦੀਆਂ ਗੱਲਾਂ ਨੇ। ਸਾਡਾ ਦਿਮਾਗ ਉਹਨਾਂ ਨੂੰ ਪਕੜ ਨਹੀਂ ਸਕਦਾ। ਕੁਝ ਹੱਦ ਤੱਕ ਵਿਗਿਆਨੀਆਂ ਨੇ ਖੋਜਾਂ ਕੀਤੀਆਂ ਨੇ, ਪਰ ਇਹ ਸਾਰਾ ਸਿਸਟਮ ਅੰਦਰ ਕੌਣ ਚਲਾਉਂਦਾ ਪਿੱਛੇ,
ਇਹਦਾ ਕਿਸੇ ਕੋਲੇ ਕੋਈ ਜਵਾਬ ਨਹੀਂ। ਇਹ ਆਟੋਮੈਟਿਕ ਪ੍ਰਬੰਧ ਹੈ। ਜਦੋਂ ਇਹ ਪ੍ਰਬੰਧ ਟੁੱਟ ਗਿਆ, ਬੰਦੇ ਦੀ ਸਮਝ ਲਓ ਮੌਤ ਹੋ ਗਈ। ਤਾਂ ਇਸ ਜੀ। ਤਰ੍ਹਾਂ ਰਹੀ ਗੱਲ ਕਿ ਫਿਰ ਧਰਮ ਦੀ ਕੀ ਲੋੜ ਹੈ। ਪੁਰਾਤਨ ਸਮਿਆਂ 'ਚ ਅੱਜ ਵਰਗੀ ਖੋਜ, ਵਿਗਿਆਨਕ ਕਾਢਾ, ਅੱਜ ਵਰਗੀ ਸਮਝ ਇਹ ਨਹੀਂ ਸੀ, ਤੇ ਉਹਨਾਂ ਜ਼ਮਾਨਿਆਂ 'ਚ ਧਰਮ ਦਾ ਆਸਰਾ ਲੈ ਕੇ ਲੋਕਾਂ ਨੂੰ ਵਿੱਦਿਆ ਜਾਂ ਗਿਆਨ ਦਿੱਤਾ ਜਾਂਦਾ ਸੀ, ਤੇ ਕੁਝ ਨਾ ਕੁਝ ਉਹਨਾਂ ਨੂੰ ਸਮਝਦਾਰੀ ਦੇ ਕੇ ਆਪਣਾ ਜਥੇਬੰਦਕ ਢਾਂਚਾ ਖੜਾ ਕੀਤਾ ਜਾਂਦਾ ਸੀ। ਦੂਜੀਆਂ ਜਿਹੜੀਆਂ ਹੋਰ ਕੌਮਾਂ ਸੀ, ਹੋਰ ਗਰੁੱਪ ਸੀ, ਉਹਨਾਂ ਤੋਂ ਬਚਾਉਣ ਵਾਸਤੇ, ਏਕਤਾ ਦੇ ਸੂਤਰ ਵਿੱਚ ਪਰੋਏ ਰੱਖਣ ਵਾਸਤੇ ਆਪਣੇ ਕਬੀਲੇ ਨੂੰ ਇੱਕ ਧਰਮ ਦੇ ਨਿਯਮਾਂ ਦੇ ਵਿੱਚ ਬੰਨ੍ਹ ਕੇ ਰੱਖਣਾ ਇੱਕ ਤਾਂ ਇਹ ਸੀ। ਇੱਕ ਧਰਮ ਦੇ ਚਿੰਨ੍ਹਾਂ ਦੇ ਰਾਹੀਂ ਆਪਣੇ ਕਬੀਲੇ ਦੇ ਲੋਕਾਂ ਦੀ ਇੱਕ ਤਰ੍ਹਾਂ ਦੀ ਪਛਾਣ ਬਣਾਉਣੀ, ਉਹਨਾਂ ਨੂੰ ਵਰਦੀ ਪਹਿਨਾਉਣੀ ਕਿ ਇਸ ਕਬੀਲੇ ਵਾਲੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਕੋਈ ਦੂਜਾ ਬੰਦਾ ਵਿੱਚ ਦਾਖਲ ਹੋਵੇ ਤਾਂ ਉਹ ਤੋਂ ਸਾਵਧਾਨ ਰਹਿਣਾ। ਤਾਂ ਇਹਨਾਂ ਨੂੰ ਰਾਜਨੀਤੀ ਵੀ ਜਿੰਨੀ ਕੁ ਚੱਲਦੀ ਸੀ ਅੱਗੇ, ਉਹ ਵੀ ਧਰਮ ਦੇ ਨਿਯਮਾਂ ਦੇ ਅਧੀਨ ਹੀ ਸਾਰੇ ਮਹਾਂਪੁਰਖਾਂ ਨੇ ਚਲਾਈ ਹੈ। ਭਾਵੇਂ ਸਾਨੂੰ ਪੁਰਾਤਨ ਸਮਿਆਂ 'ਚ ਜਿੰਨਾ ਕੁ ਲਿਖਤ ਮਿਲਦੀ ਹੈ, ਮਨੂ ਸਿਮਰਤੀ ਹਿੰਦੂ ਸਮਾਜ ਦੀ ਜਿਹੜੀ ਪੁਸਤਕ ਹੈ, ਉਹਨੂੰ ਰਾਜਨੀਤੀ ਵਾਸਤੇ ਵਰਤਿਆ ਗਿਆ, ਲੋਕਾਂ ਨੂੰ ਸੇਧ ਦੇਣ ਵਾਸਤੇ ਵਰਤਿਆ ਗਿਆ। ਅੱਜ ਭਾਵੇਂ ਉਹ ਕਿਸੇ ਵੀ ਕੰਮ ਦੀ ਨਾ ਹੋਵੇ, ਪਰ ਪੁਰਾਤਨ ਸਮੇਂ 'ਚ ਉਹਦੇ ਅਧੀਨ ਸਾਰਾ ਕੰਮ ਕੀਤਾ ਗਿਆ। ਇਸ ਤਰ੍ਹਾਂ ਹੀ ਇਸਲਾਮ ਧਰਮ ਹੈ ਜਿਹੜਾ, ਇਹ ਕੁਰਾਨ ਦੇ ਅਧੀਨ ਚੱਲਦਾ ਰਿਹਾ, ਤੇ ਅੱਜ ਵੀ ਬਹੁਤ ਥਾਵਾਂ ਤੇ ਕੁਰਾਨ ਨੂੰ ਹੀ ਆਪਣਾ ਸੰਵਿਧਾਨ ਉਹ ਮੰਨਦੇ ਨੇ। ਬਾਈਬਲ ਨੂੰ ਵੀ ਬਹੁਤ ਲੰਮੇ ਸਮੇਂ ਤੱਕ ਆਪਣੇ ਰਾਜਨੀਤੀ ਨੂੰ ਚਲਾਉਣ ਵਾਸਤੇ ਵਰਤਿਆ ਗਿਆ। ਪਰ ਇਹ ਤਾਂ ਖੁਸ਼ਕਿਸਮਤੀ ਹੈ ਸਾਡੀ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਚੰਗਾ ਇਨਸਾਨ ਬਣਾਉਣ ਵਾਸਤੇ ਗੁਰਬਾਣੀ ਦਾ ਚਾਨਣ ਦਿੱਤਾ ਹੈ। ਜਿਹੜੇ ਵਹਿਮ ਭਰਮ ਕਰਮ ਕਾਂਡ ਨੇ, ਇਹਨਾਂ ਨੂੰ ਰੱਦ ਕੀਤਾ ਹੈ, ਵਿਗਿਆਨਕ ਨਜ਼ਰੀਆ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਜੋ ਕੁਝ ਅੱਜ ਇਸ ਨੌਜਵਾਨ ਨੇ ਸਵਾਲ ਕੀਤਾ ਹੈ ਕਿ ਫਿਰ ਧਰਮ ਦੀ ਕੀ ਲੋੜ ਹੈ, ਇਹ ਜਿਹੜਾ ਧਰਮ ਦੀ ਲੋੜ ਵਾਲੀ ਗੱਲ ਹੈ, ਉਹਨਾਂ ਸਮਿਆਂ 'ਚ ਧਰਮ ਤੋਂ ਬਿਨਾਂ ਹੋਰ ਕੋਈ ਗਿਆਨ ਦਾ ਸਾਧਨ ਸਾਡੇ ਕੋਲੇ ਨਹੀਂ ਸੀ। ਗੁਰਬਾਣੀ ਨੇ ਤਾਂ ਆਪ ਜਾਤ ਪਾਤ ਨੂੰ ਰੱਦ ਕੀਤਾ ਹੈ, ਗੁਰਬਾਣੀ ਨੇ ਊਚ ਨੀਚ ਨੂੰ ਰੱਦ ਕੀਤਾ ਹੈ, ਗੁਰਬਾਣੀ ਨੇ ਸਾਰੇ ਮਨੁੱਖਾਂ ਨੂੰ ਬਰਾਬਰ ਮੰਨਿਆ। ਕਿਸੇ ਦੀ ਬ੍ਰਾਹਮਣ, ਖੱਤਰੀ, ਸ਼ੂਦਰ ਅਤੇ ਵੈਸ਼, ਗੁਰਬਾਣੀ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਤੇ ਇਸ ਕਰਕੇ ਗੁਰਬਾਣੀ ਤਾਂ ਜਿਹੜਾ ਅਸੀਂ ਮਨ 'ਚ ਸੋਚੀ ਬੈਠੇ ਹਾਂ, ਪਹਿਲਾਂ ਹੀ ਉਹੀ ਸਾਨੂੰ ਉਪਦੇਸ਼ ਦਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਸਾਡੇ ਬਹੁਤੇ ਸਮਾਜ ਨੇ ਜਾਂ ਸਾਡੇ ਬਹੁਤੇ ਪ੍ਰਚਾਰਕਾਂ ਨੇ, ਵਿਦਵਾਨਾਂ ਨੇ ਗੁਰਬਾਣੀ ਦਾ ਵਿਗਿਆਨਕ ਨਜ਼ਰੀਏ ਦੇ ਨਾਲ ਅਧਿਐਨ ਨਹੀਂ ਕੀਤਾ, ਤੇ ਸਾਡੇ ਸਮਾਜ ਦਾ ਪਛੜੇ ਹੋਣ ਦਾ ਕਾਰਨ ਇਹੀ ਹੈ ਕਿ ਅਸੀਂ ਬਹੁਤੀ ਬਾਹਰੋਂ ਵੀ ਵਿੱਦਿਆ ਜੋ ਲੈਣੀ ਚਾਹੀਦੀ ਸੀ ਉਹ ਵੀ ਨਹੀਂ ਪੜ੍ਹੀ, ਅਤੇ ਗੁਰਬਾਣੀ ਨੂੰ ਵੀ ਵਿਚਾਰ ਕੇ ਅੱਜ ਨਹੀਂ ਪੜ੍ਹਿਆ। ਜੋ ਅੱਜ ਤੋਂ 200-400 ਸਾਲ ਪਹਿਲਾਂ ਸਾਖੀਆਂ, ਕਹਾਣੀਆਂ ਜਾਂ ਗੁਰਬਾਣੀ ਦੇ ਅਰਥ ਜਿਵੇਂ ਕਿਸੇ ਨੇ ਲਿਖ ਦਿੱਤੇ, ਉਸੇ ਨੂੰ ਆਪਾਂ ਪੜ੍ਹ ਕੇ ਸੱਚ ਮੰਨ ਲੈਂਦੇ ਆ। ਗੁਰਬਾਣੀ ਰੂਹ ਨੂੰ, ਜਾਤ ਪਾਤ ਨੂੰ, ਜਾਂ ਅਗਲੇ ਪਿਛਲੇ ਕਰਮਾਂ ਨੂੰ, ਤੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਕਰਮ ਕਾਂਡ ਨੇ, ਉਹਨਾਂ ਨੂੰ ਸਵੀਕਾਰ ਨਹੀਂ ਕਰਦੀ। ਰੂਹ ਵਗੈਰਾ ਦਾ ਇਹ ਖੇਖਣ ਪੁਜਾਰੀ ਨੇ ਸਾਡੇ ਸਿਰ ਤੇ ਮੜਿਆ, ਤੇ ਮਰਨ ਤੋਂ ਬਾਅਦ ਰੂਹ ਕਿੱਥੇ ਜਾਂਦੀ ਹੈ, ਕਿੱਥੋਂ ਆਉਂਦੀ ਹੈ, ਇਹਦਾ ਕੋਈ ਜਵਾਬ ਨਹੀਂ ਦੇ ਸਕਦਾ। ਇਹ ਤਾਂ ਸਾਰਾ ਇੱਕ ਨਿੱਕੇ ਤੋਂ ਨਿੱਕੇ ਦਾਣੇ ਦੇ ਵਿੱਚ ਵੀ, ਕੀੜੇ ਮਕੌੜੇ ਦੇ ਵਿੱਚ ਵੀ ਇਹ ਰੂਹ ਹੁੰਦੀ ਹੈ। ਇੱਕੋ ਹੀ ਜੀਵ ਹੈ ਜਿਹੜਾ, ਇੱਕੋ ਹੀ ਦਾਣਾ ਹੈ ਜਿਹੜਾ, ਇੱਕੋ ਹੀ ਦਾਣੇ ਤੋਂ ਅੱਗੇ ਹੋਰ ਵੱਧ ਕੇ ਲੱਖਾਂ ਕਰੋੜਾਂ ਪੈਦਾ ਹੋ ਜਾਂਦੇ ਨੇ। ਤੇ ਜਦੋਂ ਹੜ੍ਹ ਤੂਫਾਨ ਆਉਂਦਾ, ਬਿਮਾਰੀਆਂ ਆਉਂਦੀਆਂ ਨੇ, ਤਾਂ ਉਹ ਮਰ ਮਿਟ ਜਾਂਦੇ ਨੇ। ਕਿੱਥੋਂ ਆਉਂਦੇ ਨੇ, ਕਹਾਂ ਤੇ ਆਇਆ, ਕਹਾਂ ਇਹ ਜਾਣ, ਇਹ ਕਿੱਥੋਂ ਆਉਂਦਾ ਹੈ, ਕਿੱਥੋਂ ਜਾਂਦਾ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਇਸ ਕਰਕੇ ਇਹਦੇ ਤੇ ਸਮਾਂ ਖਰਾਬ ਕਰਨ ਦੀ ਜ਼ਰੂਰਤ ਨਹੀਂ ਹੈ। ਆਪਾਂ ਚੰਗੇ ਇਨਸਾਨ ਬਣ ਕੇ ਸੋਹਣੀ ਜ਼ਿੰਦਗੀ ਬਤੀਤ ਕਰੀਏ, ਨਾ ਕਿ ਇਹਨਾਂ ਚੱਕਰਾਂ 'ਚ ਆਪਣਾ ਸਮਾਂ ਬਰਬਾਦ ਕਰੀਏ। ਇਹ ਪੁਜਾਰੀਆਂ ਦੀਆਂ ਕਾਢਾਂ ਨੇ, ਤਾਂ ਕਿ ਅਸੀਂ ਇਹਨਾਂ ਦੇ ਡਰ ਵਿੱਚ ਰਹੀਏ, ਇਹਨਾਂ ਨੂੰ ਦਾਨ ਪੁੰਨ ਕਰੀਏ, ਤੇ ਆਪਾਂ ਸਦਾ ਹੀ ਆਪਣੀ ਭੇਟਾ ਪੂਜਾ ਇਹਨਾਂ ਦੇ ਹਵਾਲੇ ਕਰਦੇ ਰਹੀਏ। ਇਸ ਗੱਲ ਤੋਂ ਬਚਣ ਵਾਸਤੇ ਗੁਰੂ ਸਾਹਿਬ ਨੇ ਸਾਰੀਆਂ ਇਹਨਾਂ ਪਖੰਡਾਂ 'ਚੋਂ ਸਾਨੂੰ ਮੁਕਤ ਕੀਤਾ। ਪ੍ਰੋਫੈਸਰ ਸਾਹਿਬ, ਇੱਕ ਗੱਲ ਇਹਦੇ ਨਾਲ ਲੱਗਦੀ ਹੋਰ ਵੀ ਹੈ ਵੀ ਜਿਹੜੀ ਗੁਰਬਾਣੀ ਦੇ ਵਿੱਚ ਜਿਵੇਂ ਗੱਲ ਆਉਂਦੀ ਹੈ, ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਕਹੀ, ਉਹ ਉੱਥੇ ਜਿਹੜਾ ਹੈਗਾ, ਜਿਵੇਂ ਕਰਮ ਨੂੰ ਧਰਮ ਸਾਡਾ ਦੱਸਿਆ ਗਿਆ ਵੀ ਜਿਹੜਾ ਅਸੀਂ ਕੰਮ ਕਰਦੇ ਹਾਂ ਉਹਨੂੰ ਆਪਣਾ ਧਰਮ ਸਮਝ ਕੇ ਕਰਨਾ ਹੈ, ਉਹ ਡੈਫੀਨੇਸ਼ਨ ਨਾ ਦੇ ਕੇ ਕਿਤੇ ਨਾ ਕਿਤੇ ਜਿਹੜਾ ਸਾਡਾ ਪਹਿਰਾਵਾ ਹੈਗਾ, ਸਾਡੀ ਦਾੜੀ ਹੈ, ਸਾਡੀ ਦਸਤਾਰ ਹੈ, ਸਾਡਾ ਗਾਤਰਾ ਹੈਗਾ, ਇਹਨੂੰ ਧਰਮ ਦੀ ਡੈਫੀਨੇਸ਼ਨ ਦੇ ਕੇ ਇਹ ਦੋਵਾਂ ਨੂੰ ਰਲਗੰਢ ਕੀਤਾ ਗਿਆ ਆਪਸ ਦੇ ਵਿੱਚ। ਇਹਨੂੰ ਵੱਖਰਾ ਵੱਖਰਾ ਕਰਕੇ ਕਿਵੇਂ ਸਮਝਿਆ ਜਾ ਸਕਦਾ? ਹਾਂ, ਇਹ ਬਹੁਤ ਵਧੀਆ ਗੱਲ ਹੈ ਜਿਹੜੀ ਇੱਥੇ ਸਵਾਲ ਕਈਆਂ ਦੇ ਮਨਾਂ 'ਚ ਉੱਠਦਾ ਹੈ। ਇੱਥੇ ਖੱਤਰੀਆਂ ਦਾ ਧਰਮ ਸੀ ਮਨੂ ਸਿਮਰਤੀ ਦੇ ਮੁਤਾਬਕ ਕਿ ਦੇਸ਼ ਦੀ ਰਾਖੀ ਕਰਨੀ, ਲੋਕਾਂ ਦੀ ਰਾਖੀ ਕਰਨੀ, ਜੰਗ ਯੁੱਧ ਲੜਨੇ, ਹਮਲਾਵਰਾਂ ਤੋਂ ਆਪਣੇ ਲੋਕਾਂ ਨੂੰ ਬਚਾਉਣਾ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ
ਉਹ ਖੱਤਰੀ ਲੋਕੋ ਤੁਸੀਂ ਤਾਂ ਆਪਣਾ ਧਰਮ ਛੱਡ ਚੁੱਕੇ ਹੋ, ਤੁਸੀਂ ਹਾਕਮਾਂ ਦੇ ਨੌਕਰ ਲੱਗ ਗਏ ਹੋ, ਗੁਲਾਮ ਬਣ ਗਏ ਹੋ। ਤੁਹਾਡਾ ਧਰਮ ਹੈ ਕਿੱਥੇ? ਦੇਸ਼ ਦੀ ਰਾਖੀ ਕਰਨੀ ਤੁਹਾਡਾ ਧਰਮ ਸੀ, ਤੇ ਹੋਰ ਜਿਹੜਾ ਧਰਮ ਹੈ ਤੁਹਾਡਾ, ਜਿਹੜਾ ਚੁੱਕੀ ਫਿਰਦੇ ਹੋ ਮੰਦਰਾਂ 'ਚ ਅਤੇ ਧਰਮ ਸਥਾਨਾਂ 'ਚ ਪੂਜਾ ਮਾਨਤਾ ਕਰਕੇ ਟੱਲੀਆਂ ਖੜਕਾ ਕੇ, ਇਹ ਕੋਈ ਧਰਮ ਨਹੀਂ ਹੈ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ। ਇੱਥੇ ਇਹ ਨਹੀਂ ਕਿ ਫਾਰਸੀ ਬੋਲੀ ਮਾੜੀ ਹੁੰਦੀ ਹੈ ਜਾਂ ਅਰਬੀ ਬੋਲੀ ਮਾੜੀ ਹੁੰਦੀ ਹੈ। ਜੋ ਮੁਸਲਮਾਨ ਹਾਕਮ ਉਸ ਜ਼ਮਾਨੇ 'ਚ ਲੋਕਾਂ ਤੇ ਜ਼ੁਲਮ ਕਰਦੇ ਸਨ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਖੱਤਰੀ ਭਰਾਵੋ ਤੁਸੀਂ ਉਹਨਾਂ ਦੇ ਨੌਕਰ ਲੱਗ ਕੇ ਉਹਨਾਂ ਦੀ ਬੋਲੀ ਬੋਲਦੇ ਹੋ, ਭਾਵ ਜਿਹੋ ਜੇ ਜ਼ਾਲਮ ਉਹ ਬਣ ਗਏ, ਤੁਸੀਂ ਵੀ ਆਪਣੇ ਲੋਕਾਂ ਤੇ ਉਹੀ ਜ਼ੁਲਮ ਕਰਦੇ ਹੋ। ਤੁਹਾਡੀ ਵੀ ਰਹਿਣ ਸਹਿਣ, ਬੋਲ ਚਾਲ ਅਤੇ ਤੁਹਾਡੀ ਜਿਹੜੀ ਰਾਜਨੀਤੀ ਹੈ ਉਹਨਾਂ ਵਰਗੀ ਹੋ ਗਈ ਹੈ। ਇਹ ਤੋਂ ਬਾਜ ਆਓ, ਸ੍ਰਿਸ਼ਟ ਸਭ ਇੱਕ ਵਰਣ ਹੋਈ, ਧਰਮ ਕੀ ਗਤ ਰਹੀ। ਸਾਰੇ ਇੱਥੇ ਧਰਤੀ ਦੇ ਉੱਤੇ ਜ਼ੁਲਮ ਹੀ ਜ਼ੁਲਮ ਹੋ ਰਿਹਾ ਹੈ। ਤੁਸੀਂ ਕਿਹੜੇ ਧਰਮ ਦੀਆਂ ਗੱਲਾਂ ਕਰਦੇ ਹੋ? ਇੱਥੇ ਧਰਮ ਧੁਰਮ ਤੁਹਾਡਾ ਨਹੀਂ ਰਿਹਾ, ਇਹ ਤੁਹਾਡਾ ਝੂਠਾ ਮੈਂ ਭਰਮ ਹੈ, ਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੀ ਅਸਲ ਦੇ ਵਿੱਚ ਧਰਮ ਹੈ। ਸੱਚਮੁੱਚੇ ਗੁਰਬਾਣੀ ਦੇ ਵਿੱਚ ਬਹੁਤ ਵਧੀਆ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤੇ ਹੋਏ। ਜੀ 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 ਹਾਂਜੀ, ਅਗਲਾ ਸਵਾਲ ਆਪਣਾ ਹੈਗਾ ਜੀ 402 ਨੰਬਰ, ਜਿਹੜਾ ਕੇਸਰ ਸਿੰਘ ਬੱਸੀ ਪੂਨੇ ਤੋਂ ਹੈ ਜੀ। ਇਹਨਾਂ ਦਾ ਸਵਾਲ ਹੈ, ਪ੍ਰੋਫੈਸਰ ਸਾਹਿਬ ਗੁਰਬਾਣੀ ਦੇ ਵਿੱਚ ਇੱਕ ਜਿਹੜਾ ਸ਼ਬਦ ਹੈਗਾ ਉਹਦਾ ਬੜਾ ਜ਼ਿਕਰ ਆਉਂਦਾ, ਪਾਰਸ, ਜਿਹਨੂੰ ਪੱਥਰ, ਪਾਰਸ ਪੱਥਰ ਕਹਿੰਦੇ ਆ। ਵਾਰ-ਵਾਰ ਉਹਦਾ ਜ਼ਿਕਰ ਆਉਂਦਾ ਹੈ, ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦੇ ਆ, ਗੁਰ ਪਾਰਸ ਹਮ ਲੋ ਮਿਲ ਕੰਚਨ ਹੁਆ ਰਾਮ। ਉਹ ਕਹਿੰਦੇ ਆ ਵੀ ਪਾਰਸ ਇੱਕ ਇਹੋ ਜਿਹਾ ਪੱਥਰ ਹੈ ਜਿਹਦੇ ਨਾਲ ਮਿਲ ਕੇ ਲੋਹਾ, ਤਾਂਬਾ, ਇਹ ਸਾਰਾ ਕੁਝ ਸੋਨਾ ਬਣ ਜਾਂਦਾ ਹੈ। ਇਹਦੇ ਵਿੱਚ ਕਿੰਨੀ ਕੁ ਅਸਲੀਅਤ ਹੈ, ਕਿੰਨੀ ਕੁ ਸਚਾਈ ਹੈ, ਗੁਰਬਾਣੀ ਦੇ ਵਿੱਚ ਇਹ ਵਰਤਿਆ ਗਿਆ? ਜਿਹੜੀਆਂ ਸਾਡੇ ਸਮਾਜ ਦੇ ਵਿੱਚ ਕੁਝ ਧਾਰਨਾਵਾਂ ਪ੍ਰਚਲਿਤ ਹੁੰਦੀਆਂ ਨੇ, ਲੋਕ ਮੁਹਾਵਰੇ ਬਣ ਜਾਂਦੇ ਨੇ, ਅਖਾਣ ਬਣ ਜਾਂਦੇ ਨੇ, ਉਹਨਾਂ ਦੀ ਵਰਤੋਂ ਲਿਖਤ ਦੇ ਵਿੱਚ ਆਮ ਤੌਰ ਤੇ ਗੱਲ ਨੂੰ ਸਮਝਾਉਣ ਵਾਸਤੇ ਵਿਦਵਾਨ ਲੋਕ ਵੀ ਵਰਤਦੇ ਨੇ, ਤੇ ਗੁਰੂ ਸਾਹਿਬ ਨੇ ਵੀ ਗੁਰਬਾਣੀ 'ਚ ਵਰਤੀ ਹੋਈ ਹੈ। ਹੁਣ ਇੱਥੋਂ ਤੱਕ ਇਹ ਤਾਂ ਸਾਡੇ ਸਮਝ ਆਉਂਦੀ ਹੈ ਕਿ ਕੋਈ ਪੱਥਰ ਪਾਰਸ ਹੁੰਦਾ ਹੈ, ਪਰ ਇੱਥੇ ਤਾਂ ਇਹ ਵੀ ਲਿਖਿਆ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ। ਪਿੰਗਲਾ ਬੰਦਾ ਪਰਬਤ ਤੇ ਚੜ ਜਾਂਦਾ ਹੈ। ਹੁਣ ਸੱਚੀ ਮੁੱਚੀ ਪਿੰਗਲਾ ਜਿਹਦੇ ਹੱਥ ਪੈਰ ਨਹੀਂ ਹੈਗੇ, ਉਹ ਪਰਬਤ ਤੇ ਨਹੀਂ ਚੜਦਾ। ਉਹਦਾ ਭਾਵ ਹੈ ਕਿ ਜਿਹੜੇ ਬੰਦੇ ਦੀ ਕੋਈ ਪਹੁੰਚ ਨਹੀਂ ਹੈ, ਜਿਹੜਾ ਨਾ ਸਮਝ ਹੈ, ਉਹ ਵੱਡੇ ਲੈਵਲ ਤੇ ਪਹੁੰਚ ਜਾਂਦਾ ਹੈ, ਅਕਲਮੰਦ ਬਣ ਜਾਂਦਾ ਹੈ, ਬਾਦਸ਼ਾਹ ਬਣ ਸਕਦਾ ਹੈ, ਲੋਕਾਂ ਦਾ ਭਲਾ ਕਰ ਸਕਦਾ ਹੈ। ਪਰ ਜੇ ਉਹ ਗਿਆਨਵਾਨ ਬਣ ਜਾਵੇ ਤਾਂ ਇਸ ਤਰ੍ਹਾਂ ਉਹ ਵੱਡੇ ਜਿਹੜੇ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰਨ ਦਾ ਇਹ ਮੁਹਾਵਰੇ ਦੇ ਰੂਪ 'ਚ ਗੱਲਾਂ ਵਰਤੀਆਂ ਜਾਂਦੀਆਂ ਨੇ। ਤੇ ਗੁਰਬਾਣੀ ਦੇ ਵਿੱਚ ਕਾਮ ਧੇਨ, ਪਾਰਸ ਅਤੇ ਹੰਸ, ਤੇ ਇਸੇ ਤਰ੍ਹਾਂ ਜਿਹੜੀ ਹੈ ਹਿਰਨ ਦੇ ਕਸਤੂਰੀ ਹੁੰਦੀ ਹੈ ਕਿਹਾ ਜਾਂਦਾ ਹੈ ਧੁਨੀ ਦੇ ਵਿੱਚ। ਇਹ ਚੀਜ਼ਾਂ ਸਾਨੂੰ ਕੋਈ ਸਮਝਾਉਣ ਵਾਸਤੇ ਕਹੀਆਂ ਨੇ ਕਿ ਜੇ ਤੁਸੀਂ ਮੰਨਦੇ ਹੋ ਹਿਰਨ ਦੇ ਧੁਨੀ 'ਚ ਜਿਹੜੀ ਹੁੰਦੀ ਹੈ ਇਹ ਆਪਣੇ ਗੁਪਤ ਚੀਜ਼ ਜਿਹੜੀ ਤੁਹਾਨੂੰ ਦਿੰਦੀ ਹੈ, ਮਹਿਕ ਦਿੰਦੀ ਹੈ, ਤੇ ਉਹਦੀ ਥਾਂ ਤੇ ਤੁਸੀਂ ਦੇਖੋ ਕਿ ਤੁਹਾਡੇ ਅੰਦਰ ਕਿੰਨਾ ਕੁ ਗੁਣ ਨੇ, ਜਿਹੜੇ ਗੁਣਾਂ ਦੇ ਨਾਲ ਤੁਸੀਂ ਸਮਾਜ ਦਾ ਭਲਾ ਕਰਦੇ ਹੋ। ਜਿਹੜੇ ਤੁਸੀਂ ਪਾਰਸ ਦੀ ਗੱਲ ਕਰਦੇ ਹੋ, ਕਾਮ ਧੇਨ ਹਰ ਹਰ ਕੋ ਨਾਮ, ਇਸੇ ਤਰ੍ਹਾਂ ਪੱਥਰ ਹੈ ਜਿਹੜਾ ਉਹ ਸੋਨਾ ਬਣਾਉਣ ਵਾਲਾ, ਉਹ ਵੀ ਪ੍ਰਮਾਤਮਾ ਦਾ ਨਾਮ ਗੁਰਬਾਣੀ 'ਚ ਲਿਖਿਆ ਹੋਇਆ ਹੈ। ਤੇ ਇਸੇ ਤਰ੍ਹਾਂ ਇਹ ਉਦਾਹਰਣਾਂ ਦੇ ਤੌਰ ਤੇ ਜਿਹੜੀਆਂ ਹਿੰਦੂ ਸਮਾਜ ਦੇ ਵਿੱਚ ਪ੍ਰਚਲਿਤ ਸੀ, ਉਹਨਾਂ ਉਦਾਹਰਣਾਂ ਦੀ ਵਰਤੋਂ ਕੀਤੀ ਹੈ, ਤੇ ਮੋੜਾ ਮੋੜ ਕੇ ਉੱਥੇ ਲਿਆਂਦਾ ਗੁਰੂ ਸਾਹਿਬ ਨੇ ਕਿ ਜੇ ਤੁਸੀਂ ਗਿਆਨਵਾਨ ਬਣ ਜਾਓ ਤਾਂ ਤੁਹਾਡੇ ਤੋਂ ਫਿਰ ਹੋਰ ਲੋਕ ਤੁਹਾਡੀ ਛੋਹ ਦੇ ਨਾਲ, ਜਿਵੇਂ ਮੰਨਿਆ ਜਾਂਦਾ ਹੈ ਕਿ ਪਾਰਸ ਤੋਂ ਲੋਹਾ ਸੋਨਾ ਬਣ ਜਾਂਦਾ ਹੈ, ਤੇ ਤੁਹਾਡੇ ਵਿਦਵਤਾ ਦੇ ਨਾਲ ਦੂਜੇ ਲੋਕ ਵੀ ਸਿਆਣੇ ਬਣ ਜਾਣਗੇ, ਭਾਵ ਕਿ ਤੁਸੀਂ ਪਾਰਸ ਬਣ ਜਾਓਗੇ ਤੇ ਦੂਜੇ ਲੋਕ ਤੁਹਾਡੀ ਛੋਹ ਦੇ ਨਾਲ ਜਿਹੜੇ ਲੋਹੇ ਵਰਗੇ ਨੇ ਉਹ ਵੀ ਸੋਨਾ ਬਣ ਜਾਣਗੇ। ਅਸੀਂ ਵੀ ਗੁਰੂ ਸਾਹਿਬ ਸਾਡੇ ਵਾਸਤੇ ਪਾਰਸ ਹੈ, ਅਸੀਂ ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਸੋਨਾ ਬਣਨਾ ਹੈ, ਭਾਵ ਕਿ ਉਹਨਾਂ ਦੇ ਗਿਆਨ ਰੂਪੀ ਛੋਹ ਦੇ ਨਾਲ ਚੰਗੇ ਇਨਸਾਨ ਬਣਨਾ ਹੈ, ਗੁਰਸਿੱਖ ਬਣਨਾ ਹੈ, ਗੁਰਮੁਖ ਬਣਨਾ ਹੈ। ਇਹ ਭਾਵਨਾ ਸਮਝਾਉਣ ਦੇ ਢੰਗ ਨੇ। ਸੱਚੀ ਮੁੱਚੀ ਦੀ ਪਾਰਸ ਦੀ ਬੱਟੀ ਕਿਤੇ ਵੀ ਨਹੀਂ ਹੈ। ਜੇ ਪਾਰਸ ਦੀ ਬੱਟੀ ਹੁੰਦੀ ਤਾਂ ਭਾਰਤ ਦੇ ਵਿੱਚ ਸੋਨੇ ਦੇ ਢੇਰ ਲੱਗੇ ਹੋਣੇ ਸੀ, ਤੇ ਧਰਤੀ ਦੇ ਵਿੱਚੋਂ ਖੁਦਾਈ ਕਰਨ ਦੀ ਸੋਨੇ ਵਾਸਤੇ ਕੋਈ ਲੋੜ ਨਹੀਂ ਸੀ, ਤੇ ਇਹ ਤਾਂ ਇੱਥੇ ਘਰ ਘਰ ਸੋਨਾ ਹੋਣਾ ਸੀ। ਤੇ ਅਗਲੀ ਗੱਲ ਯਾਦ ਰਵੇ ਕਿ ਸੋਨਾ ਤਾਂ ਕਿਸੇ ਕੰਮ ਵੀ ਨਹੀਂ ਆਉਂਦਾ, ਇਹਦੇ ਨਾਲੋਂ ਤਾਂ ਜ਼ਿਆਦਾ ਕੰਮ ਸਾਡੇ ਲੋਹਾ ਆਉਂਦਾ ਹੈ, ਤੇ ਲੋਹੇ ਦੀ ਵਰਤੋਂ ਸਾਡੇ ਕੰਮਾਂ 'ਚ ਜ਼ਿਆਦਾ ਆਉਂਦੀ ਹੈ। ਸੋਨਾ ਤਾਂ ਇੱਕ ਕੀਮਤੀ ਧਾਤ ਸ਼ੌਂਕ ਵਾਸਤੇ ਲੋਕਾਂ ਨੇ ਆਪਣੇ ਕੋਲੇ ਲੈ ਆਂਦੀ ਜ਼ਰੂਰ ਹੈ। ਇਹਦੀ ਆਦਾਨ ਪ੍ਰਦਾਨ, ਚੀਜ਼ਾਂ ਦੀ ਲੇਵਾ ਦੇਵੀ ਵਾਸਤੇ, ਪੈਸੇ ਟਕੇ ਦੀ ਲੇਵਾ ਦੇਵੀ ਦੀ ਥਾਂ ਤੇ ਇਹਦਾ ਲੈਣਾ ਦੇਣਾ ਤੇ ਹੁੰਦਾ ਹੈ, ਪਰ ਸੋਨਾ ਉਂਝ ਖਾਣ ਪੀਣ ਪਹਿਨਣ ਦੇ ਡਾਇਰੈਕਟ ਕਿਸੇ ਕੰਮ ਨਹੀਂ ਆਉਂਦਾ। ਇਹ ਤਾਂ ਜੇ
ਪਾਰਸ ਹੁੰਦੀ ਤੇ ਸਾਰਾ ਹਿੰਦੁਸਤਾਨ ਹੀ ਫਿਰ ਸੋਨਾ ਬਣ ਜਾਣਾ ਸੀ। ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਤੇ ਇਹ ਤਾਂ ਅਸੀਂ ਸੋਨੇ ਵਰਗੇ ਬਣਨਾ ਹੈ, ਪਾਰਸ ਵਰਗੇ ਬਣਨਾ ਹੈ, ਚੰਗੇ ਇਨਸਾਨ ਬਣਨਾ ਹੈ। ਇਹ ਉਦਾਹਰਨਾਂ ਦੇ ਕੇ ਗੁਰਬਾਣੀ ਨੇ ਸਾਨੂੰ ਸਮਝਾਇਆ ਤੇ ਅਸੀਂ ਚੰਗੇ ਇਨਸਾਨ ਬਣ ਕੇ ਸਮਾਜ ਦਾ ਭਲਾ ਕਰਨਾ ਹੈ। ਜਿੰਨੇ ਗੁਣ ਸਾਡੇ ਵਿੱਚ ਨੇ ਉਹਨੇ ਗੁਣ ਅਸੀਂ ਦੂਜਿਆਂ ਨੂੰ ਦੇ ਸਕਦੇ ਹਾਂ। ਜੇ ਸਾਡੇ ਵਿੱਚ ਆਪਣੇ ਵਿੱਚ ਹੀ ਗੁਣ ਨਹੀਂ ਹੈ ਤਾਂ ਦੂਜਿਆਂ ਨੂੰ ਕੀ ਗੁਣ ਵੰਡਾਂਗੇ। ਇਸੇ ਕਰਕੇ ਗੁਰੂ ਸਾਹਿਬ ਕੋਲੇ ਬੇਅੰਤ ਗੁਣ ਸੀ। ਉਹਨਾਂ ਨੇ ਸਾਨੂੰ ਗੁਣਵਾਨ ਬਣਾਉਣ ਵਾਸਤੇ ਬਹੁਤ ਉਪਰਾਲੇ ਕੀਤੇ ਨੇ। ਸੋ ਉਹ ਕੇਵਲ ਮੁਹਾਵਰੇ ਦੇ ਤੌਰ ਤੇ ਹੈ, ਐਕਚੁਅਲ ਨਾ ਕਿਤੇ ਹੰਸ ਹੈ। ਵੱਡੀ ਸਫੇਦ ਬੱਤਕ ਨੂੰ ਹੰਸ ਕਹਿੰਦੇ ਨੇ, ਪਰ ਹੰਸ ਸ਼ਬਦ ਗੁਰਬਾਣੀ 'ਚ ਬਹੁਤ ਵਾਰੀ ਵਰਤਿਆ ਗਿਆ ਹੈ। ਤੇ ਹੰਸ ਮੋਤੀ ਚੁਗਦਾ ਹੈ ਤੇ ਹੋਰ ਕੁਝ ਨਹੀਂ ਖਾਂਦਾ, ਜਦੋਂ ਕਿ ਉਹ ਵੱਡੀ ਸਫੇਦ ਬੱਤਕ ਉਹ ਮੋਤੀ ਨਹੀਂ ਚੁਗਦੀ, ਬਲਕਿ ਉਹ ਤਾਂ ਮੱਛੀਆਂ ਵਗੈਰਾ ਜੀਵ ਜੰਤੂ ਖਾਂਦੀ ਹੈ। ਤੇ ਇਸੇ ਤਰ੍ਹਾਂ ਉਹ ਪੱਥਰ ਖਾ ਕੇ ਤਾਂ ਜੀਵਤ ਨਹੀਂ ਰਹਿ ਸਕਦੀ। ਪਰ ਉਂਝ ਮੈਂ ਆਪ ਵੇਖਿਆ ਜਿਹੜੀਆਂ ਇਹ ਪੰਛੀ ਨੇ, ਇਹਨਾਂ ਦੇ ਅੰਡੇ ਦੇ ਉੱਤੇ ਜਿਹੜਾ ਖੋਲ ਬਣਿਆ ਹੁੰਦਾ ਹੈ, ਉਹ ਖੋਲ ਨੂੰ ਮਜ਼ਬੂਤ ਰੱਖਣ ਵਾਸਤੇ ਇਹ ਪੱਥਰ ਦੇ ਟੁਕੜੇ, ਕੱਚ ਦੇ ਟੁਕੜੇ ਖਾਂਦੇ ਨੇ। ਤੇ ਇਹਨਾਂ ਦੇ ਅੰਦਰ ਪੰਛੀਆਂ ਦੇ ਜਾ ਕੇ ਉਹ ਕੱਚ ਦੇ ਟੁਕੜੇ ਜਾਂ ਪੱਥਰ ਦੇ ਟੁਕੜੇ ਉਹ ਪਿਘਲ ਜਾਂਦੇ ਨੇ। ਪਿਘਲ ਕੇ ਇਹਨਾਂ ਦੇ ਆਟੋਮੈਟਿਕ ਸਿਸਟਮ ਦੇ ਰਾਹੀਂ ਇਹਨਾਂ ਦੇ ਅੰਡੇ ਦੁਆਲੇ ਮਜ਼ਬੂਤ ਖੋਲ ਬਣ ਜਾਂਦਾ ਹੈ। ਇਹਨਾਂ ਨੂੰ ਪੱਥਰਾਂ ਦੀ ਤੇ ਉਹਨਾਂ ਕੱਚ ਦੇ ਟੁਕੜਿਆਂ ਦੀ ਸਾਰੇ ਪੰਛੀਆਂ ਨੂੰ ਲੋੜ ਹੈ ਜਿਹੜੇ ਅੰਡੇ ਦਿੰਦੇ ਨੇ। ਇਹ ਖਾਣਾ ਉਹਨਾਂ ਦੀ ਮਜਬੂਰੀ ਹੈ। ਤੋਂ ਇਸ ਤਰ੍ਹਾਂ ਜੇ ਕਿਸੇ ਬੱਤਕ ਨੇ ਜਾਂ ਹੰਸ ਨੇ ਕੁਝ ਕੱਚ ਦੇ ਜਾਂ ਪੱਥਰ ਦੇ ਟੁਕੜੇ ਖਾ ਲਏ ਨੇ ਤਾਂ ਇਹਦਾ ਮਤਲਬ ਨਹੀਂ ਕਿ ਉਹ ਹੋਰ ਕੁਝ ਨਹੀਂ ਖਾਂਦਾ, ਉਹ ਜੀਵ ਜੰਤੂਆਂ ਨੂੰ ਖਾ ਕੇ ਵੀ ਗੁਜ਼ਾਰਾ ਕਰਦਾ। ਇਹ ਕੇਵਲ ਮੁਹਾਵਰੇ ਦੇ ਤੌਰ ਤੇ ਨੇ। ਇਸੇ ਤਰ੍ਹਾਂ ਕਾਮਧੇਨ ਗਊ ਦਾ ਵੀ ਜ਼ਿਕਰ ਆਉਂਦਾ ਹੈ, ਪਰ ਇਹ ਕਾਮਧੇਨ ਗਊ ਕਿਤੇ ਵੀ ਨਹੀਂ ਹੈ, ਕੇਵਲ ਕਲਪਨਾ ਤੇ ਆਧਾਰਿਤ ਚੀਜ਼ਾਂ ਨੇ। ਉਹ ਹਵਾਲੇ ਮਾਤਰ ਗੁਰੂ ਸਾਹਿਬ ਨੇ ਦਿੱਤੇ ਹੋਏ। ਬਿਲਕੁਲ ਜੀ, ਸਾਡੇ ਸਮਝਣ ਵਾਲੀ ਗੱਲ ਹੈ। ਹਵਾਲੇ ਮਾਤਰ ਬਹੁਤ ਸਾਰੀਆਂ ਗੱਲਾਂ ਹੈਗੀਆਂ। ਪਾਰਸ ਦੀ ਤੁਲਨਾ ਜਿਹੜੀ ਹੈਗੀ ਹੈ ਗੁਰੂ ਦੇ ਨਾਲ ਕਰਕੇ ਸਾਨੂੰ ਲੋਹਾ ਦੱਸ ਕੇ ਪਰਿਵਰਤਨ ਜਿਹੜੇ ਹੁੰਦੇ ਆ ਬੰਦੇ ਦੇ ਵਿੱਚ, ਕੋਈ ਕਿਤੋਂ ਨਾ ਕਿਤੋਂ ਬੰਦੇ ਨੂੰ ਕੁਛ ਨਾ ਕੁਛ ਮਿਲਦਾ ਹੈ ਜਿਹਦੇ ਨਾਲ ਬੰਦੇ ਦੇ ਵਿੱਚ ਚੇਂਜ ਆ ਜਾਂਦੇ ਆ। ਉਹਦੇ ਆਧਾਰ ਦੇ ਉੱਤੇ ਐਗਜ਼ਾਮਪਲਾਂ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਵਰਤੀਆਂ ਗਈਆਂ। ਸਾਡੇ ਪ੍ਰਚਾਰਕ, ਸਾਡੇ ਕਥਾਵਾਚਕਾਂ ਨੇ ਪਾਰਸ ਵਾਲੀਆਂ ਕਹਾਣੀਆਂ ਸੁਣਾ ਕੇ ਕਮਲੇ ਕੀਤੇ ਪਏ ਆ ਲੋਕ। ਪ੍ਰੋਫੈਸਰ ਸਾਹਿਬ ਉਹ ਤਾਂ ਹੀ ਦੱਸਦੇ ਆ, ਉਹ ਕਹਿੰਦੇ ਬਸ ਵੀ ਹੁੰਦਾ ਹੈ, ਪੱਥਰ ਤੇ ਬਣ ਜਾਂਦਾ, ਲੋਹੇ ਦਾ ਸੋਨਾ ਬਣ ਜਾਂਦਾ ਹੈ। ਤੇ ਵਾਕਈ ਗੱਲ ਬੜੀ ਸਿਆਣੀ ਹੈ ਵੀ ਜੇ ਹੁੰਦਾ ਇਹੋ ਜਿਹਾ ਕੁਛ ਤਾਂ ਫਿਰ ਤਾਂ ਲੋਕਾਂ ਨੇ ਸਾਰਾ ਲੋਹਾ ਜਿੱਦਾਂ ਹੀ ਸੋਨਾ ਬਣਾ ਦੇਣਾ ਸੀਗਾ, ਛੱਡਣਾ ਥੋੜੀ ਸੀ ਕਿਸੇ ਨੇ। ਹਾਂਜੀ, ਅਗਲਾ ਜਿਹੜਾ ਸਵਾਲ ਨੰਬਰ 403 ਆਪਣਾ ਹੈਗਾ ਉਹ ਹੈਗਾ ਜੀ ਤਰਨਜੋਤ ਸਿੰਘ ਟਵਾਣਾ, ਨਾਰਵੇ ਤੋਂ ਹੈ। ਇਹਨਾਂ ਦਾ ਸਵਾਲ ਹੈਗਾ ਜੀ, ਪ੍ਰੋਫੈਸਰ ਸਾਹਿਬ ਕਹਿੰਦੇ ਆ ਜੀ ਕਾਮਰੇਡੀ ਜਿਹੜੀ ਵਿਚਾਰਧਾਰਾ ਉਹ ਕੀ ਹੈਗੀ ਹੈ? ਕਿਉਂਕਿ ਅਸਲ ਦੇ ਵਿੱਚ ਨਾਸਤਿਕ, ਕਾਮਰੇਡ ਇਸ ਤਰ੍ਹਾਂ ਦੇ ਲਫ਼ਜ਼ ਵਰਤ ਕੇ ਜਿਹੜੇ ਬੰਦੇ ਕੁਝ ਵਿਗਿਆਨਿਕ ਪੱਖ ਦੇ ਨਾਲ ਜ਼ਿੰਦਗੀ ਜਿਉਣੀ ਜਾਣਦੇ ਆ, ਧਾਰਮਿਕ ਕਰਮ ਕਾਂਡਾਂ ਤੋਂ ਦੂਰ ਹੈਗੇ ਆ, ਜਾਤ ਪਾਤ ਨੂੰ ਨਹੀਂ ਮੰਨਦੇ, ਉਹ ਕਾਮਰੇਡ ਵੀ ਕਹੇ ਜਾਂਦੇ ਆ। ਅਸਲ ਦੇ ਵਿੱਚ ਕਾਮਰੇਡੀ ਵਿਚਾਰਧਾਰਾ ਕੀ ਹੈਗੀ ਹੈ? ਕੀ ਪੱਖ ਹੈ ਕਾਮਰੇਡੀ ਵਿਚਾਰਧਾਰਾ? ਅਸਲ ਦੇ ਵਿੱਚ ਵੇਦਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ, ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਨਾਸਤਿਕ ਨਹੀਂ ਹੈ। ਉੱਥੇ ਵੇਦਾਂ 'ਚ ਇਹ ਲਿਖਿਆ ਹੋਇਆ ਹੈ, ਵੇਦ ਨਿੰਦਕੋ ਨਾਸਤਕੋ। ਜਿਹੜਾ ਵੇਦਾਂ ਨੂੰ ਨਹੀਂ ਮੰਨਦਾ ਉਹ ਨਾਸਤਿਕ ਹੈ, ਭਾਵ ਕਿ ਜਿਹੜਾ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਉਹ ਨਾਸਤਿਕ ਹੈ। ਇਸੇ ਤਰ੍ਹਾਂ ਜਿਹੜਾ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਗੁਰਬਾਣੀ ਨੂੰ ਆਪਣੇ ਜੀਵਨ 'ਚ ਨਹੀਂ ਢਾਲਦਾ ਸਾਡੇ ਵਾਸਤੇ ਉਹ ਨਾਸਤਿਕ ਹੈ। ਜਿਹੜਾ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜਿਉਂਦਾ ਅਸੀਂ ਉਹਨੂੰ ਨਾਸਤਿਕ ਆਖਾਂਗੇ। ਪਰ ਗੁਰਬਾਣੀ ਇੱਕ ਚੰਗਾ ਇਨਸਾਨ ਬਣਾਉਣ ਦੀ ਸਾਨੂੰ ਪ੍ਰੇਰਨਾ ਦਿੰਦੀ ਹੈ, ਚੰਗੇ ਸੇਧ ਦਿੰਦੀ ਹੈ। ਹੁਣ ਇੱਥੇ ਜਿਹੜਾ ਕਾਮਰੇਡੀ ਵਾਲੀ ਗੱਲ ਹੈ, ਇਹ ਜਦੋਂ ਰੂਸ ਦੇ ਵਿੱਚ ਇਨਕਲਾਬ ਆਇਆ, ਉਥੋਂ ਦੀ ਸਰਕਾਰ ਪੁਰਾਣੀ ਜਿਹੜੀ ਜ਼ਾਰਸ਼ਾਹੀ ਸੀ, ਬਾਦਸ਼ਾਹੀ ਸਿਸਟਮ ਸੀ ਰੂਸ ਦਾ, ਉਹਨੂੰ ਕਾਰਲ ਮਾਰਕਸ ਦੀ ਵਿਚਾਰਧਾਰਾ ਦੇ ਨਾਲ ਲੈਨਨ ਨੇ ਉਲਟ ਪੁਲਟ ਕਰਕੇ ਰੱਖ ਦਿੱਤਾ ਤੇ ਉਹਨੂੰ ਜਿਹੜਾ ਉੱਥੇ ਲਾਗੂ ਕੀਤਾ ਗਿਆ ਸਾਰਾ ਸਿਸਟਮ, ਉਹਨੂੰ ਕਾਮਰੇਡ ਸਿਸਟਮ ਕਿਹਾ ਜਾਂਦਾ ਸੀ। ਕਾਮਰੇਡ ਦਾ ਮਾਇਨਾ ਤਾਂ ਭਰਾ ਹੁੰਦਾ ਹੈ, ਇਹ ਕੋਈ ਬੁਰੀ ਗੱਲ ਨਹੀਂ ਹੈ। ਇਹਦਾ ਮਾਇਨਾ ਵੀ ਜਿਵੇਂ ਅਸੀਂ ਭਾਈ ਕਹਿੰਦੇ ਆ, ਕਾਮਰੇਡ ਦਾ ਮਾਇਨਾ ਵੀ ਭਾਈ ਹੁੰਦਾ ਹੈ। ਪਰ ਕਿਉਂਕਿ ਕਿਸੇ ਸ਼ਬਦ ਨੂੰ ਜਦੋਂ ਆਪਾਂ ਬਦਨਾਮ ਕਰਨਾ ਸ਼ੁਰੂ ਕਰ ਦਈਏ, ਬਾਰ-ਬਾਰ ਬੋਲੀਏ, ਤੇ ਲੋਕਾਂ ਨੂੰ ਫਿਰ ਉਹ ਭੈੜਾ ਲੱਗਣ ਲੱਗ ਪੈਂਦਾ ਹੈ। ਜਿਵੇਂ ਅੱਜ ਵੀ ਸਾਡੇ ਸਿੱਖਾਂ ਦੇ ਵਿੱਚ ਭਾਈ ਸ਼ਬਦ ਹੈ, ਇਹ ਛੋਟੇ ਦਰਜੇ ਦੇ ਲੋਕਾਂ ਵਾਸਤੇ ਵਰਤਿਆ ਜਾਂਦਾ ਹੈ। ਗੁਰਦੁਆਰੇ ਦਾ ਪ੍ਰਧਾਨ ਹੈ ਜਿਹੜਾ, ਉਹ ਪ੍ਰਧਾਨ ਸਾਹਿਬ ਤਾਂ ਅਖਵਾਉਂਦਾ ਹੈ, ਪਰ ਉਹ ਆਪਣੇ ਆਪ ਨੂੰ ਭਾਈ ਅਖਵਾਉਣ ਨੂੰ ਤਿਆਰ ਨਹੀਂ ਹੈ, ਕਿਉਂਕਿ ਉਹਨੂੰ ਪਤਾ ਭਗਤਾਂ ਗ੍ਰੰਥੀ ਹੈ, ਭਾਈ ਤਾਂ ਕਥਾਵਾਚਕ ਹੈ, ਭਾਈ ਤਾਂ ਕੀਰਤਨੀय ਹੈ, ਮੈਂ ਤਾਂ ਪ੍ਰਧਾਨ ਸਾਹਿਬ ਹਾਂ, ਮੈਂ ਭਾਈ ਨਹੀਂ ਅਖਵਾਵਾਂਗਾ। ਤੋਂ ਇਸੇ ਤਰ੍ਹਾਂ ਇਹ ਜਿਹੜਾ ਕਾਮਰੇਡ ਸ਼ਬਦ ਹੈ, ਇਹਨੂੰ ਨਾਸਤਕਾਂ ਦੇ ਖੇਤਰ ਵਿੱਚ ਲੈ ਜਾਂਦਾ। ਤੇ ਜਦੋਂ ਕਿਸੇ ਨੂੰ ਬੇਪਤ ਕਰਨਾ ਹੋਵੇ
ਅਪਮਾਨਿਤ ਕਰਨਾ ਹੋਵੇ ਉਹਨੂੰ ਕਹਿੰਦੇ ਨੇ ਤਾਂ ਨਾਸਤਕ ਹੈ, ਤਾਂ ਕਾਮਰੇਡ ਹੈ। ਕਾਮਰੇਡ ਵੀ ਬਹੁਤ ਸਿਆਣੇ ਲੋਕ ਨੇ, ਪਰ ਸਾਡੇ ਧਰਮ ਦੇ ਪਖੰਡਾਂ ਨੂੰ ਉਹ ਨਹੀਂ ਮੰਨਦੇ ਸੀ। ਇਸੇ ਕਰਕੇ ਸਾਡੇ ਪਖੰਡੀ ਧਾਰਮਿਕ ਲੋਕਾਂ ਨੇ, ਜਿਹੜੇ ਕਿ ਅੰਧ ਵਿਸ਼ਵਾਸ ਦੇ ਵਿੱਚ ਡੁੱਬੇ ਹੋਏ ਸਨ, ਤੇ ਉਹਨਾਂ ਨੇ ਉਹਨਾਂ ਨੂੰ ਕਾਮਰੇਡਾਂ ਨੂੰ ਨਾਸਤਕ ਕਹਿਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਜਾਓ, ਅਸੀਂ ਤੁਹਾਡੇ ਧਰਮ ਨੂੰ ਹੀ ਨਹੀਂ ਮੰਨਦੇ। ਇੱਕ ਵਾਰੀ ਤੇ ਮੇਘਰਾਜ ਮਿੱਤਰ ਜੀ ਦਾ ਮੈਨੂੰ ਫੋਨ ਆਇਆ 2006 ਦੇ ਵਿੱਚ, ਕਹਿਣ ਲੱਗੇ ਵੀਰ ਇੰਦਰ ਸਿੰਘ ਘੱਗਾ ਜੀ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਧਰਮ ਤੋਂ ਬਾਹਰ ਨਿਕਲ ਗਏ, ਅਸੀਂ ਕਹਿ ਦਿੱਤਾ ਅਸੀਂ ਨਾਸਤਕ ਹਾਂ, ਤੇ ਅਸੀਂ ਉਹੀ ਕੰਮ ਕਰ ਰਹੇ ਹਾਂ ਜਿਹੜਾ ਤੁਸੀਂ ਅੰਦਰ ਰਹਿ ਕੇ ਕਰ ਰਹੇ ਹੋ। ਅੰਦਰ ਰਹਿ ਕੇ ਕੰਮ ਕਰਨਾ, ਧਰਮੀ ਵੀ ਅਖਵਾਉਣਾ ਤੇ ਉਹ ਕੰਮ ਵੀ ਕਰਨਾ ਜਥੇਬੰਦੀ ਚ ਰਹਿ ਕੇ, ਇਹ ਬਹੁਤ ਔਖਾ ਹੈ। ਅਸੀਂ ਬਾਹਰ ਹੋ ਗਏ ਤੇ ਸਾਡੇ ਵਾਸਤੇ ਕੰਮ ਸੌਖਾ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਵੀਰ ਜੀਓ, ਤੁਹਾਡੇ ਵਰਗੇ ਸਿਆਣੇ ਬੰਦੇ ਜਦੋਂ ਧਰਮ ਤੋਂ ਵੱਖ ਹੋ ਗਏ ਤਾਂ ਇਹਨਾਂ ਪਖੰਡੀਆਂ ਨੂੰ ਲੁੱਟ ਕੇ ਖਾਣ ਦਾ ਵਾਧੂ ਮੌਕਾ ਮਿਲ ਗਿਆ। ਜੇ ਤੁਸੀਂ ਵੀ ਵਿਚੇ ਰਹਿੰਦੇ ਤਾਂ ਸੁਧਾਰ ਕਰਨ ਦਾ ਚਾਂਸ ਜ਼ਿਆਦੇ ਸੀ, ਅਸੀਂ ਲੋਕਾਂ ਨੂੰ ਛੇਤੀ ਮੱਤ ਦੇ ਸਕਦੇ ਸੀ। ਤੋ ਇਸ ਤਰ੍ਹਾਂ ਇਹ ਜਿਹੜਾ ਉਹਨਾਂ ਨੇ ਪਖੰਡੀ ਧਾਰਮਿਕ ਲੋਕ ਅਖਵਾਉਣ ਵਾਲਿਆਂ ਨੇ ਸਾਡੇ ਸਿਆਣੇ ਭਰਾਵਾਂ ਨੂੰ, ਜਿਹੜੇ ਤਰਕ ਤੇ ਗੱਲ ਕਰਦੇ ਨੇ, ਗਿਆਨ ਦੇ ਨਾਲ, ਦਲੀਲ ਦੇ ਨਾਲ ਗੱਲ ਕਰਦੇ ਨੇ, ਇਹਨਾਂ ਪਖੰਡੀਆਂ ਨੇ ਉਹਨਾਂ ਨੂੰ ਨਾਸਤਕ ਕਹਿ ਕੇ ਭੰਡਿਆ। ਇਹ ਤਾਂ ਮੈਨੂੰ ਵੀ 1000 ਵਾਰੀ ਇਹਨਾਂ ਨੇ ਕਾਮਰੇਡ ਆਖਿਆ। ਹੋਰ ਵੀ ਜਿਹੜਾ ਅਗਾਂਹ ਵਧੂ ਕੰਮ ਕਰਦਾ ਸਰਦਾਰ ਜੋਗਿੰਦਰ ਸਿੰਘ ਅਤੇ ਹੋਰ ਜਿਹੜੇ ਅਗਾਂਹ ਵਧੂ ਪ੍ਰਚਾਰਕ ਨੇ, ਇਹ ਪੁਜਾਰੀ ਤਬਕਾ, ਉਹਨਾਂ ਨੂੰ ਵੀ ਨਾਸਤਕ ਅਤੇ ਕਾਮਰੇਡ ਹੀ ਕਹਿੰਦਾ। ਇਹਨਾਂ ਦੀਆਂ ਜਿਹੜੀਆਂ ਅੰਧ ਵਿਸ਼ਵਾਸੀ ਕਹਾਣੀਆਂ ਨੇ, ਇਹ ਉਹਨੂੰ ਠੀਕ ਸਿੱਧ ਕਰਨ ਦਾ ਉਪਰਾਲਾ ਸਦਾ ਕਰਦੇ ਰਹਿੰਦੇ ਨੇ, ਤੇ ਜਿਹੜਾ ਸੁਧਾਰ ਕਰਦਾ ਉਹਨੂੰ ਨਾਸਤਕ ਤੇ ਕਾਮਰੇਡ ਕਹਿੰਦੇ ਨੇ। ਕਾਮਰੇਡ ਵੀ ਰੱਬ ਨੂੰ ਮੰਨਣ ਚਾਹੇ ਨਾ ਮੰਨਣ, ਪਰ ਉਹ ਤਰਕ ਤੇ ਵਿਗਿਆਨ ਤੇ ਆਧਾਰਿਤ ਬਹੁਤ ਵਧੀਆ ਸਮਾਜ ਨੂੰ ਸੁਧਾਰਨ ਦੇ ਕੰਮ ਉਹਨਾਂ ਨੇ ਕੀਤੇ ਨੇ। ਅੱਜ ਭਾਵੇਂ ਸਾਡੇ ਵਾਂਗੂ ਕਮੀਆਂ ਪੇਸ਼ੀਆਂ ਉਹਨਾਂ 'ਚ ਵੀ ਆ ਗਈਆਂ ਨੇ, ਇਹ ਸਾਡੇ 'ਚ ਵੀ ਹੈਗੀਆਂ ਨੇ, ਪਰ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰਕੇ ਜੇ ਅਸੀਂ, ਕੋਈ ਸਾਨੂੰ ਨਾਸਤਕ ਕਹਿੰਦਾ ਜਾਂ ਕਾਮਰੇਡ ਕਹਿੰਦਾ, ਤਾਂ ਸਿੱਧੀ ਗੱਲ ਹੈ, ਪੁਜਾਰੀ ਦੇ ਬਣਾਏ ਹੋਏ ਰੱਬ ਤੋਂ ਅਸੀਂ ਨਾਸਤਕ ਆ। ਪੁਜਾਰੀ ਦੇ ਦੱਸੇ ਹੋਏ ਰੱਬ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਉਹ ਤਾਂ ਪੱਥਰ ਦੇ ਟੁਕੜਿਆਂ ਨੂੰ ਰੱਬ ਮੰਨੀ ਬੈਠਾ ਹੈ। ਸੱਪ ਤੇ ਬਾਂਦਰ ਵੀ ਰੱਬ ਹੈ, ਬੋੜ ਕਿੱਕਰ ਨਿੰਮ ਵੀ ਰੱਬ ਨੇ, ਨਦੀਆਂ ਨਾਲੇ ਵੀ ਰੱਬ ਨੇ। ਅਸੀਂ ਇਹਨਾਂ ਰੱਬਾਂ ਨੂੰ ਨਹੀਂ ਮੰਨਦੇ। ਇੱਕ ਸਾਰੀ ਕਾਇਨਾਤ ਦੇ ਵਿੱਚ ਜੋ ਪਸਰਿਆ ਹੋਇਆ ਆਪ ਹੈ, ਅਸੀਂ ਤੇ ਉਹਨੂੰ ਰੱਬ ਮੰਨਦੇ ਹਾਂ ਜਿਹੜਾ ਸਾਡੇ ਵੀ ਅੰਦਰ ਹੈ। ਬਾਹਰਲੇ ਰੱਬ ਨੂੰ ਅਸੀਂ ਨਹੀਂ ਮੰਨਦੇ। ਭਾਵੇਂ ਕੋਈ ਹੁਣ ਨਾਸਤਕ ਆਖੇ ਤੇ ਭਾਵੇਂ ਕਾਮਰੇਡ ਆਖੇ, ਤਾਂ ਨਿਡਰ ਹੋ ਕੇ ਇਹ ਅਸੀਂ ਗੱਲ ਕਹਿਣ ਨੂੰ ਤਿਆਰ ਹਾਂ। ਹੁਣ ਡਰਨ ਦੀ ਲੋੜ ਨਹੀਂ। ਹੁਣ ਮੀਡੀਆ ਨੇ ਸਾਨੂੰ ਬਹੁਤ ਸਾਰੇ ਮੌਕੇ ਦੇ ਦਿੱਤੇ ਨੇ ਤੇ ਪੁਜਾਰੀਆਂ ਨੂੰ ਅੰਦਰ ਬੰਦ ਕਰਕੇ ਬਿਠਾ ਦਿੱਤਾ ਹੋਇਆ। ਜੀ ਜੀ ਜੀ। ਅਗਲਾ ਸਵਾਲ ਹੈ ਜੀ 404 ਨੰਬਰ, ਇਹ ਤਰਨਜੋਤ ਸਿੰਘ ਟਵਾਣਾ ਹੋਣਾ ਦਾ ਹੀ ਹੈ, ਨਾਰਵੇ ਤੋਂ। ਇਹਨਾਂ ਨੇ 3 ਸਵਾਲ ਕੀਤੇ ਆ। ਇਹਨਾਂ ਦਾ ਦੂਜਾ ਸਵਾਲ ਜਿਹੜਾ ਹੈਗਾ ਜੀ, ਉਹ ਹੈਗਾ ਜਿਹੜਾ ਤੀਆਂ ਦਾ ਤਿਉਹਾਰ ਆਪਣੇ ਪੰਜਾਬੀਆਂ ਦੇ ਵਿੱਚ ਮਨਾਇਆ ਜਾਂਦਾ ਹੈ, ਉਹਦਾ ਕੀ ਇਤਿਹਾਸ ਹੈ, ਕਿਉਂ ਮਨਾਇਆ ਜਾਂਦਾ, ਉਹਦੇ ਪਿੱਛੇ ਦੇ ਕੀ ਕਾਰਨ ਹੈ? ਇਹਦਾ ਜੀ ਭਾਈ ਕਾਹਨ ਸਿੰਘ ਨਾਭਾ ਨੇ ਇਹਨੂੰ ਲਿਖਿਆ ਹੈ ਕਿ ਵੇਦਾਂ ਦੇ ਵਿੱਚ ਇਹਨੂੰ ਗੌਰੀ ਤ੍ਰਿਆ ਕਰਕੇ ਲਿਖਿਆ ਹੋਇਆ ਹੈ, ਤੇ ਭਾਵ ਕਿ ਔਰਤਾਂ ਦੇ ਨੱਚਣ ਗਾਉਣ ਵਾਲਾ ਇੱਕ ਤਿਉਹਾਰ। ਤੇ ਤੀਜ ਇਹਦੇ ਨਾਲ ਤਾਂ ਜੁੜਿਆ ਹੋਇਆ ਕਿ ਉਦੋਂ ਸਾਉਣ ਦੇ ਮਹੀਨੇ ਦੀ ਤੀਜ ਹੁੰਦੀ ਹੈ। ਤੀਆਂ ਤੀਜ ਦੀਆਂ ਵਗੈਰਾ ਸ਼ਬਦ ਵੀ ਸਾਡੇ ਚ ਪ੍ਰਚਲਿਤ ਨੇ ਆਮ ਲੋਕਾਂ ਚ। ਤਾਂ ਉੱਥੇ ਪੁਰਾਣੇ ਸਮਿਆਂ 'ਚ ਤਾਂ ਹੋ ਸਕਦਾ ਹੈ ਕਿ ਇਹ ਲੜਕੀਆਂ ਦੇ, ਔਰਤਾਂ ਦੇ ਹੱਸਣ ਖੇਡਣ ਦਾ, ਨੱਚਣ ਗਾਉਣ ਦਾ, ਮਨੋਰੰਜਨ ਦਾ ਇੱਕ ਸਾਧਨ ਹੋਵੇ। ਪਰ ਬਾਅਦ ਦੇ ਵਿੱਚ ਜਦੋਂ ਰਜਵਾੜਾ ਸ਼ਾਹੀ ਪੈਦਾ ਹੋ ਗਈ ਤਾਂ ਉਦੋਂ ਇਸ ਦੀ ਦੁਰਵਰਤੋਂ ਕੀਤੀ ਗਈ। ਲੜਕੀਆਂ ਨੂੰ ਹੁਕਮ ਦੇ ਕੇ ਰਾਜੇ ਅਤੇ ਹੋਰ ਅਮੀਰ, ਕਿਉਂਕਿ ਅੱਜ ਵਾਂਗੂ ਕੋਈ ਸਿਸਟਮ ਉਦੋਂ ਹੈ ਨਹੀਂ ਸੀ, ਔਰਤਾਂ ਦੀ ਰਾਖੀ ਦਾ ਕੋਈ ਪ੍ਰਬੰਧ ਨਹੀਂ ਸੀ, ਤਾਂ ਇਹਨਾਂ ਲੜਕੀਆਂ ਨੂੰ ਘਰੋਂ ਘਰੀ ਢੋਲ ਵਜਾ ਕੇ, ਹੋਕਾ ਦੇ ਕੇ, ਪਿੰਡ ਦੇ ਵਿੱਚੋਂ ਕੱਢ ਕੇ ਇੱਕ ਥਾਂ ਤੇ ਇਕੱਠੀਆਂ ਹੋਣ ਵਾਸਤੇ ਆਖਿਆ ਜਾਂਦਾ। ਜਿਹੜਾ ਰਾਜਾ, ਚੌਧਰੀ, ਨਵਾਬ, ਸੂਬੇਦਾਰ ਜਿਹੜਾ ਹੁੰਦਾ ਸੀ, ਉਹ ਇਹਨਾਂ ਲੜਕੀਆਂ ਦੇ ਵਿੱਚੋਂ ਫਿਰ ਸਾਰਿਆਂ ਤੋਂ ਸੋਹਣੀਆਂ ਲੜਕੀਆਂ, ਜਿੰਨਾ ਉਹਦਾ ਦਿਲ ਕਰਦਾ ਸੀ, ਉਹ ਛਾਂਟ ਕੇ ਆਪਣੇ ਨਾਲ ਲੈ ਜਾਂਦਾ ਸੀ। ਇਹਨਾਂ ਦੇ ਮਾਤਾ ਪਿਤਾ ਨੂੰ ਜੇ ਦਿਲ ਕੀਤਾ ਕੁਝ ਰੁਪਈਏ ਆਦਿਕ ਦੇ ਦਿੱਤੇ। ਜੇ ਕਿਸੇ ਨੇ ਰਾਹ ਰੋਕਣ ਦਾ ਯਤਨ ਕੀਤਾ ਤਾਂ ਉਹਨੂੰ ਕਤਲ ਵੀ ਕੀਤਾ ਜਾ ਸਕਦਾ ਸੀ। ਇਸ ਤਰ੍ਹਾਂ ਇੱਕ ਥਾਂ ਤੋਂ ਲੜਕੀਆਂ ਨੂੰ ਛਾਂਟ ਕੇ ਹਾਕਮਾਂ ਦਾ ਲਿਜਾਣ ਦਾ ਇੱਕ ਢੰਗ ਸੀ। ਤੇ ਜਿਹੜੇ ਮਾਲਵੇ ਦੇ ਬਾਅਦ ਦੇ ਵਿੱਚ ਰਾਜੇ ਮਹਾਰਾਜੇ ਹੋਏ ਨੇ, ਜਿਹੜੇ ਕਿ ਸਿੱਖ ਸ਼ਕਲਾਂ ਵਾਲੇ ਸੀ, ਇਹਨਾਂ ਨੇ ਵੀ ਕਾਫੀ ਹੱਦ ਤੱਕ ਇਹ ਤੀਆਂ ਵਾਲਾ ਸਿਲਸਿਲਾ ਚੱਲਦਾ ਰੱਖਿਆ ਤੇ ਇਹਨਾਂ ਨੇ ਵੀ ਲੜਕੀਆਂ ਛਾਂਟ ਕੇ ਆਪਣੇ ਮਹਿਲਾਂ ਦਾ ਸ਼ਿੰਗਾਰ ਬਣਾਈਆਂ ਨੇ। ਇਹ ਬਹੁਤ ਹੀ ਦੁਰਵਿਵਹਾਰ ਔਰਤਾਂ ਦੇ ਨਾਲ ਹੋਇਆ ਤੇ ਹੌਲੀ ਹੌਲੀ ਕਰਕੇ ਇਹ ਲੜਕੀਆਂ ਦਾ ਜਿਹੜਾ ਤਿਉਹਾਰ ਹੈ, ਇਹ ਇੱਕ ਤਰ੍ਹਾਂ ਦਾ ਫਿੱਕਾ ਪੈਂਦਾ ਗਿਆ, ਬਦਨਾਮ ਹੁੰਦਾ ਗਿਆ।
ਤੇ ਸਮਾਂ ਪਾ ਕੇ ਇੱਥੇ ਜਿਹੜੇ ਪ੍ਰਾਹੁਣੇ ਆਉਂਦੇ ਸੀ ਜਵਾਈ ਪਿੰਡ ਦੇ, ਉਹ ਫਿਰ ਲੜਕੀਆਂ ਦਾ ਜਦੋਂ ਇਹ ਮੇਲਾ ਚੱਲਦਾ ਸੀ ਉਦੋਂ ਇਕੱਠੇ ਹੋ ਕੇ ਲੜਕੀਆਂ ਦੇ ਮੇਲੇ 'ਚ ਜਾਂਦੇ ਸੀ ਤੇ ਉੱਥੇ ਜਾ ਕੇ ਬਦਫੈਲੀਆਂ ਕਰਦੇ ਸੀ, ਗੰਦਮੰਦ ਬਕਦੇ ਸੀ, ਸ਼ਰਾਰਤਾਂ ਕਰਦੇ ਸੀ। ਇਸ ਕਰਕੇ ਇੱਕ ਸਮਾਂ ਤਾਂ ਉਹ ਆ ਗਿਆ ਸੀ ਜਦੋਂ ਇਹ ਤੀਆਂ ਦਾ ਤਿਉਹਾਰ ਵੀ ਬੰਦ ਕਰਨਾ ਪੈ ਗਿਆ। ਅੱਜ ਤਕਰੀਬਨ ਇਹ ਬਾਹਰ ਖੁੱਲੇ ਮੈਦਾਨ ਦੇ ਵਿੱਚ ਇਹ ਤੀਆਂ ਦੇ ਤਿਉਹਾਰ ਨਹੀਂ ਲੱਗਦੇ। ਇਹ ਜਿਹੜਾ ਲੜਕੀਆਂ ਦੇ ਹੱਸਣ ਖੇਡਣ ਵਾਸਤੇ ਬਣੇ ਸੀ, ਪਰ ਇਹਨੂੰ ਵੀ ਗਲਤ ਸੋਚ ਵਾਲੇ ਆਦਮੀਆਂ ਨੇ, ਰਾਜੇ ਮਹਾਰਾਜਾ ਨੇ, ਸਮੇਂ ਦੇ ਹਾਕਮਾਂ ਨੇ ਔਰਤਾਂ ਨਾਲ ਮੰਦਾ ਵਿਹਾਰ ਕੀਤਾ ਤੇ ਹਾਰ ਕੇ ਮਜਬੂਰ ਹੋ ਕੇ ਉਹਨਾਂ ਨੂੰ ਇਹ ਤਿਉਹਾਰ ਬੰਦ ਹੀ ਕਰਨਾ ਪਿਆ। ਔਰਤਾਂ ਨੂੰ ਅੱਜ ਤੱਕ ਵੀ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਦਿੱਤੀ ਗਈ। ਪੁਰਾਣੇ ਸਮਿਆਂ ਦਾ ਇਹ ਜਿਹੜਾ ਤਿਉਹਾਰ ਸੀ ਅੱਜ ਇਹ ਲਗਭਗ ਕਾਗਜ਼ਾਂ 'ਚ ਹੀ ਰਹਿ ਗਿਆ। ਆਮ ਕਿਤੇ ਪ੍ਰੈਕਟੀਕਲ ਤੌਰ ਤੇ ਹੁਣ ਦੇਖਣ ਸੁਣਨ ਨੂੰ ਘੱਟ ਹੀ ਮਿਲਦਾ। ਹਾਂਜੀ, ਵੈਸੇ ਦੇਖਿਆ ਜਾਵੇ ਤਾਂ ਪ੍ਰੋਫੈਸਰ ਸਾਹਿਬ ਬੀਬੀ ਜਗੀਰ ਕੌਰ ਹੋਣਾ ਨੂੰ ਤਾਂ ਪੂਰੀ ਆਜ਼ਾਦੀ ਹੈ ਜੀ। ਉਹ ਤਾਂ ਜੀ ਇੰਨੀ ਦਲੇਰ ਹੋ ਗਈ ਆ, ਪਰਵਾਹ ਨਹੀਂ ਨਾ ਕਰਦੀ ਕਿਸੇ ਦੀ, ਉਹ ਕੁਝ ਵੀ ਹੋਈ ਜਾਵੇ। ਹਾਂਜੀ ਹਾਂਜੀ ਹਾਂਜੀ, ਚਲੋ ਜੀ ਠੀਕ ਹੈ। ਇਹਦੇ ਨਾਲ ਨਾਲ ਆਪਾਂ ਅਗਲਾ ਸਵਾਲ ਇਹਨਾਂ ਦਾ ਹੀ ਹੈ, ਤਰਨਜੋਤ ਸਿੰਘ ਟਵਾਣਾ ਹੋਣਾ ਦਾ 405 ਨੰਬਰ ਸਵਾਲ ਹੈ। ਇਹਦੇ ਵਿੱਚ ਸਵਾਲ ਬੜਾ ਸੋਹਣਾ ਹੈ ਜੀ ਤੇ ਬੜਾ ਜਾਇਜ਼ ਵੀ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਮਨੌਤਾਂ ਜਿਹੜੀਆਂ ਹੈਗੀਆਂ ਧਰਮ ਦੇ ਵਿੱਚ ਉਹ ਬੜੀਆਂ ਸਾਰੀਆਂ ਗੁਰਬਾਣੀ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ ਹੈਗੀਆਂ। ਗੁਰਬਾਣੀ ਜਿਵੇਂ ਗੱਲ ਕਰਦੀ ਹੈ ਉਹਦੇ ਤੋਂ ਬਿਲਕੁਲ ਉਲਟ ਹੈਗੀ। ਇਹਨਾਂ ਦਾ ਸਵਾਲ ਹੈ ਜੀ, ਗੋਦਾਵਰੀ ਨਦੀ ਤੋਂ ਪਾਣੀ ਹੈ ਜਿਹੜਾ ਹਜੂਰ ਸਾਹਿਬ ਦੇ ਖਾਸ ਕਮਰੇ ਦੇ ਵਿੱਚ ਗਾਗਰ ਦੇ ਵਿੱਚ ਭਰ ਕੇ ਲੈ ਕੇ ਜਾਇਆ ਜਾਂਦਾ। ਉੱਥੇ ਕਸ਼ਹਿਰਾ ਹੋਰ ਵਸਤਾਂ ਨਾਲ ਰੱਖੀਆਂ ਜਾਂਦੀਆਂ। ਫਿਰ ਜਦੋਂ ਉੱਥੇ ਭਾਈ ਅਰਦਾਸ ਕਰਦਾ, ਅਰਦਾਸ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲਦੇ ਆ ਉਹ ਜਾਂ ਦੇਖਦੇ ਆ ਤਾਂ ਉਹ ਕਸ਼ਹਿਰਾ ਕਹਿੰਦੇ ਗਿੱਲਾ ਪਿਆ ਹੁੰਦਾ। ਇਹ ਚਮਤਕਾਰ ਵਾਲੀ ਗੱਲ ਹੈ ਇੱਕ। ਇਹ ਕਿਵੇਂ ਹੋ ਸਕਦਾ ਹੈ? ਸੰਭਵ ਤਾਂ ਹੈ ਨਹੀਂ। ਹਾਂਜੀ, ਇੱਥੇ ਗੱਲ ਇਹ ਹੈ ਕਿ ਅੱਜ ਤੱਕ ਵੀ ਸਾਡੇ 'ਚ ਇੰਨੀ ਹਿੰਮਤ ਪੈਦਾ ਨਹੀਂ ਹੋ ਸਕੀ ਕਿ ਪੁਜਾਰੀ ਦੇ ਗੁਲਾਮੇ 'ਚ ਹੱਥ ਪਾ ਸਕੀਏ ਕਿ ਸਾਡੇ ਸਾਹਮਣੇ ਤੂੰ ਕਸ਼ਹਿਰਾ ਰੱਖ ਕੇ ਇੱਥੇ ਗਿੱਲਾ ਕਰਕੇ ਵਿਖਾ ਕਿਵੇਂ ਹੁੰਦਾ ਹੈ। ਇਹ ਪੁਜਾਰੀ ਮੂੰਹ ਸਿਰ ਬੰਨ੍ਹ ਕੇ, ਕਿਉਂਕਿ ਜਿਵੇਂ ਬਦਮਾਸ਼ ਲੋਕ ਆਪਣਾ ਮੂੰਹ ਲੁਕਾਉਂਦੇ ਨੇ, ਇਸ ਤਰ੍ਹਾਂ ਹਜੂਰ ਸਾਹਿਬ ਦਾ ਜਿਹੜਾ ਪੁਜਾਰੀ ਹੈ ਉਹ ਆਪਣਾ ਮੂੰਹ ਬੰਨ੍ਹ ਕੇ ਲਪੇਟ ਕੇ ਸੰਗਤਾਂ ਦੇ ਵਿੱਚ ਆਉਂਦਾ ਹੈ, ਤਾਂ ਉਸ ਕਮਰੇ ਦੇ ਵਿੱਚ ਵੀ ਮੂੰਹ ਸਿਰ ਬੰਨ੍ਹ ਕੇ ਜਾਂਦਾ ਹੈ ਤੇ ਅੰਦਰ ਉਹ ਕੀ ਕਰਦਾ ਹੈ ਕੀ ਨਹੀਂ ਕਰਦਾ ਲੋਕਾਂ ਨੂੰ ਬਾਹਰ ਆ ਕੇ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਇਸ਼ਨਾਨ ਕਰ ਲਿਆ, ਆਹ ਦੇਖ ਲਓ ਕਸ਼ਹਿਰਾ ਉਹਨਾਂ ਦਾ ਗਿੱਲਾ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਵਾਸਤੇ ਫਿਰ ਘੋੜਾ ਵੀ ਬਾਹਰ ਖੁੱਲੇ ਮੈਦਾਨ 'ਚ ਲਿਆਉਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਘੋੜੇ ਤੇ ਸਵਾਰੀ ਕੀਤੀ ਸੀ, ਆਹ ਦੇਖ ਲਓ ਘੋੜੇ ਨੂੰ ਪਸੀਨਾ ਆਇਆ ਪਿਆ। ਤੇ ਅੰਨੇ ਲੋਕ ਘੋੜੇ ਨੂੰ ਮੱਥੇ ਟੇਕਦੇ ਨੇ, ਕਦੇ ਕਸ਼ਹਿਰੇ ਨੂੰ ਮੱਥੇ ਟੇਕਦੇ ਨੇ, ਕਦੇ ਉਹ ਬੰਦ ਕਮਰੇ ਨੂੰ ਮੱਥੇ ਟੇਕਦੇ ਨੇ, ਕਦੇ ਘੋੜੇ ਦੀ ਲਿੱਦ ਚੁੱਕ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੀ ਲੈ ਆਉਂਦੇ ਨੇ। ਤੇ ਇੱਕ ਵਾਰੀ ਤਾਂ ਅੰਮ੍ਰਿਤਸਰ ਦੇ ਵਿੱਚ ਉਹ ਘੋੜੇ ਜੋੜੇ ਜਿਹੜਾ ਪ੍ਰਕਾਸ਼ ਸਿੰਘ ਬਾਦਲ 400 ਸਾਲਾ ਸਥਾਪਨਾ ਦਿਵਸ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ 400 ਸਾਲਾ ਮਨਾਉਣ ਵਾਸਤੇ ਉਹ ਜਿਹੜੀ ਬੱਗੀ ਸੀ, ਉਹ ਘੋੜਾ ਕਮਜ਼ੋਰ ਸੀ, ਬੱਗੀ ਕਮਜ਼ੋਰ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਉਹਦੇ ਵਿੱਚ ਬੈਠ ਗਿਆ, ਸਮਾਗਮ ਦੇ ਜਿਹੜਾ ਰੱਥ ਜਾ ਰਿਹਾ ਸੀ ਉਹਦੇ ਵਿੱਚ ਬੈਠ ਗਿਆ, ਨਾਲ ਇਹਦੇ ਬਾਡੀਗਾਰਡ ਵਿੱਚੇ ਚੜ ਗਏ ਤੇ ਕਿਹਾ ਇਹ ਗਿਆ ਕਿ ਇਹ ਘੋੜੇ ਉਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਕੋਲੇ ਘੋੜੇ ਸੀ, ਉਹਨਾਂ ਦੀ ਅੰਸ਼ ਵੰਸ਼ ਦੇ ਘੋੜੇ ਇੱਥੇ ਅਸੀਂ ਲਿਆਂਦੇ ਨੇ। ਤੇ ਪ੍ਰਕਾਸ਼ ਸਿੰਘ ਬਾਦਲ ਜੀ ਚੌਰ ਫੜ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਬਹਿ ਗਏ ਤੇ ਨਾਲ ਬਾਡੀਗਾਰਡ ਵੀ ਬਹਿ ਗਏ ਤੇ ਇੰਨਾ ਭਾਰ ਉਹ ਘੋੜਾ ਵੀ ਨਹੀਂ ਝੱਲ ਸਕਿਆ, ਨਾਲੇ ਤਾਂ ਗੱਡੀ ਦੇ ਪਹੀਏ ਟੁੱਟ ਗਏ ਤੇ ਨਾਲੇ ਘੋੜਾ ਵਿਚਾਰਾ ਚਿੱਤ ਹੋ ਕੇ ਹਾਉ ਜਾ ਪਿਆ ਤੇ ਬਾਦਲ ਜੀ ਉਹ ਰੁੜਦੇ ਜਾਂਦੇ ਨੇ ਤੇ ਪਹਿਰੇਦਾਰਾਂ ਨੇ ਤੇ ਹੋਰਨਾਂ ਨੇ ਸਾਰਿਆਂ ਨੇ ਚੁੱਕ ਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉਹ ਦੂਜੇ ਰੱਥ 'ਚ ਦੂਜੀ ਕਾਰ 'ਚ ਬਿਠਾਏ ਨੇ। ਇਹ ਤਾਂ ਤਮਾਸ਼ਾ ਮੈਂ ਆਪ ਵੇਖ ਚੁੱਕਿਆ, ਟੀਵੀ ਤੇ ਸਾਰਾ ਕੁਝ ਆਇਆ ਹੋਇਆ। ਤੇ ਹਜੂਰ ਸਾਹਿਬ ਦੇ ਵਿੱਚ ਬੱਕਰੇ ਵੀ ਵੱਢੇ ਜਾਂਦੇ ਨੇ, ਕੋਈ ਪੁੱਛਣ ਵਾਲਾ ਨਹੀਂ ਹੈ ਕਿ ਤੁਸੀਂ ਭਾਵੇਂ 1000 ਬੱਕਰੇ ਰੋਜ਼ ਖਾਓ ਪਰ ਗੁਰੂ ਦੇ ਨਾਮ ਤੇ ਤੁਸੀਂ ਇਹਨੂੰ ਵੱਢਣਾ, ਇੱਥੇ ਗੁਰਦੁਆਰੇ 'ਚ ਲਿਆ ਕੇ ਇਹ ਕੰਮ ਕਿਉਂ ਕਰਦੇ ਹੋ? ਫਿਰ ਖੂਨ ਦੇ ਟਿੱਕੇ ਕਿਰਪਾਨਾਂ ਨੂੰ ਲਾਉਣੇ ਤੇ ਉੱਥੇ ਤਮਾਸ਼ਾ ਕਰਨਾ, ਕਿ ਇਹ ਬੜਾ ਹਾਸੋਹੀਣਾ ਇੱਕ ਤਰ੍ਹਾਂ ਦਾ ਸਾਰਾ ਕਾਰੋਬਾਰ ਹੈ ਜਿਹੜਾ ਹਜੂਰ ਸਾਹਿਬ ਕੀਤਾ ਜਾ ਰਿਹਾ ਹੈ। ਤੇ ਉੱਥੇ ਨਾ ਤਾਂ ਗੁਰੂ ਸਾਹਿਬ ਇੱਥੇ ਸਰੀਰ ਧਾਰ ਕੇ ਬੈਠੇ ਨੇ, ਨਾ ਇਸ਼ਨਾਨ ਕਰਦੇ ਨੇ, ਨਾ ਘੋੜੇ ਦੀ ਸਵਾਰੀ ਕਰਦੇ ਨੇ। ਇਹ ਸਾਰਾ ਸਾਨੂੰ ਬੇਵਕੂਫ ਬਣਾਇਆ ਇਹਨਾਂ ਪੁਜਾਰੀਆਂ ਨੇ ਤੇ ਲੋਕੀ ਪਰਾਂ ਜਾ ਕੇ ਹੱਸਦੇ ਹੋਣਗੇ ਕਿ ਦੇਖ ਲਓ ਇਹ ਲੋਕ ਕੀ ਮੰਨੀ ਜਾਂਦੇ ਨੇ। ਮੈਨੂੰ ਤਾਂ ਮੇਰੇ ਭਰਾਵਾਂ ਨੇ ਜਿਹੜੇ ਹਜੂਰ ਸਾਹਿਬ ਦੀ ਯਾਤਰਾ ਕਰਕੇ ਆਉਂਦੇ ਨੇ, ਉਹਨਾਂ ਨੇ ਇਹ ਵੀ ਦੱਸਿਆ, ਹੁਣ ਭਾਵੇਂ ਸ਼ਾਇਦ ਘਟ ਗਿਆ ਹੋਵੇ, ਨਹੀਂ ਤਾਂ ਹਜੂਰ ਸਾਹਿਬ ਦੇ ਆਲੇ ਦੁਆਲੇ ਨਸ਼ੇ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਸਾਡੇ ਭਰਾ ਉੱਥੋਂ ਬੇਅੰਤ ਨਸ਼ੇ ਦੀ ਵਰਤੋਂ ਕਰਦੇ ਨੇ ਅਤੇ ਆਪਣੇ ਨਾਲ ਵਾਪਸ ਲੈ ਕੇ ਆਉਂਦੇ ਨੇ। ਉਸ ਹਦੂਦ ਦੇ ਅੰਦਰ ਨਸ਼ੇ ਵੀ ਸਰਕਾਰ ਨੇ ਵੇਚਣ ਦੀ ਖੁੱਲ੍ਹ ਦਿੱਤੀ ਹੋਈ ਹੈ।
ਤੇ ਉਹ ਵੀ ਸਾਰਾ ਕੰਮ ਉੱਥੇ ਹੋ ਰਿਹਾ, ਉਹ ਵੀ ਸ਼ਾਇਦ ਗੁਰੂ ਸਾਹਿਬ ਹੀ ਕਰਵਾਉਂਦੇ ਹੋਣਗੇ। ਉੱਥੇ ਇੰਨੇ ਕੰਮ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਜਿਹੜੇ ਕਿੰਨੇ ਸਾਰੇ 10 ਵੀ ਪ੍ਰਕਾਸ਼ ਕੀਤੇ ਹੋਏ ਨੇ, ਤੇ ਜਿਹੜੇ ਚਾਰੇ ਪਾਸੇ ਗੋਲ ਘੇਰੇ ਦੇ ਵਿੱਚ ਕਈ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਕਈ ਸਾਰੇ ਦਸਮ ਗ੍ਰੰਥ, ਇਹ ਸਾਰਾ ਕੁਝ ਉੱਥੇ ਪਖੰਡ ਹੋ ਰਿਹਾ। ਇਹਨੂੰ ਰੋਕਣ ਵਾਲਾ ਨਾ ਤਾਂ ਕੋਈ ਅਕਾਲ ਤਖਤ ਦਾ ਜਥੇਦਾਰ ਹੈ, ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਨਾ ਸਾਨੂੰ ਅਕਲ ਆਈ ਹੈ ਕਿ ਅਸੀਂ ਉਹਦੇ ਵਿੱਚ ਆਵਾਜ਼ ਉਠਾ ਸਕੀਏ, ਨਾ ਸਾਡੇ ਵਿਦਵਾਨਾਂ ਨੇ ਉਹਦੇ ਵਿਰੁੱਧ ਲਿਖਿਆ। ਇਹ ਸਾਰਾ ਕਰਮ ਕਾਂਡ, ਵਹਿਮ ਭਰਮ, ਇਹ ਸਾਡੇ ਮੱਥੇ ਮੜ ਦਿੱਤਾ ਗਿਆ ਤੇ ਇਹਨੂੰ ਹਟਾਉਣ ਵਾਸਤੇ ਕੋਈ ਉਪਰਾਲਾ ਕਰਨ ਨੂੰ ਤਿਆਰ ਨਹੀਂ ਹੈ। ਜੇ ਕੋਈ ਆਵਾਜ਼ ਉਠਾਉਂਦਾ ਉਹਨੂੰ ਕਹਿੰਦੇ ਨੇ ਨਾਸਤਕ ਹੈ, ਪਾਪੀ ਹੈ, ਪੰਥ ਚੋਂ ਛੇਕ ਦਿਓ। ਇਹ ਸਾਰੀਆਂ ਗੱਲਾਂ ਸਾਡੇ ਧਰਮ ਸਥਾਨਾਂ ਤੋਂ ਕੀਤੀਆਂ ਜਾਂਦੀਆਂ ਨੇ। ਤੇ ਸਾਡੇ ਇਸ ਵਕਤ ਜਿਹੜਾ ਦਿੱਲੀ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਕਥਾ ਆ ਰਹੀ ਹੈ, ਉਹ ਬੰਤਾ ਸਿੰਘ ਨਾਮ ਦਾ ਬੰਦਾ ਰੋਜ਼ਾਨਾ ਹੀ ਦਸਮ ਗ੍ਰੰਥ ਵਰਗੀਆਂ ਘਟੀਆ ਅਤੇ ਲੱਚਰ ਕਹਾਣੀਆਂ ਰੋਜ਼ਾਨਾ ਸੁਣਾਈ ਜਾਂਦਾ ਹੈ। ਤੇ ਜਦੋਂ ਆਪ ਹੀ ਸਾਡੇ ਮੁਖੀ ਸਾਨੂੰ ਬਰਬਾਦ ਕਰਨਾ ਚਾਹੁੰਦੇ ਨੇ, ਹੋਰ ਕਿਸੇ ਨੂੰ ਕੀ ਦੋਸ਼ ਦੇਣ ਦੀ ਲੋੜ ਹੈ। ਤੇ ਇਹ ਬੇੜੀ ਨੂੰ ਆਪ ਹੀ ਡੋਬ ਰਹੇ ਨੇ ਤੇ ਹੋਰ ਬਗਾਨਿਆਂ ਨੂੰ ਕਿ ਆਰਐਸਐਸ ਐਂ ਕਰਦੀ ਹੈ ਜਾਂ ਭਾਜਪਾ ਐਂ ਕਰਦੀ ਹੈ। ਇਹ ਨਿਰਾ ਝੂਠ ਹੈ। ਸਾਡੇ ਆਪਣੇ ਹੀ ਆਪ ਸਭ ਕੁਝ ਬਰਬਾਦ ਕਰ ਰਹੇ ਨੇ। ਇਹਨਾਂ ਨੇ ਅੱਜ ਤੱਕ ਆਪ ਗੁਰਬਾਣੀ ਨੂੰ ਪੜ੍ਹਿਆ ਨਹੀਂ, ਗੁਰਬਾਣੀ ਨੂੰ ਮੰਨਿਆ ਨਹੀਂ। ਇਹ ਪੰਥ ਨੂੰ ਵੇਚਦੇ ਨੇ, ਗੁਰਬਾਣੀ ਦੇ ਨਾਮ ਤੇ ਪੈਸੇ ਕਮਾਉਂਦੇ ਨੇ ਤੇ ਲੋਕਾਂ ਨੂੰ ਲੁੱਟ ਕੇ ਖਾਂਦੇ ਨੇ। ਭਾਵੇਂ ਕੁਝ ਵੀ ਹੋਈ ਜਾਵੇ, ਇਹਨਾਂ ਨੂੰ ਪੰਥ ਦੀ, ਨਾ ਸਮਾਜ ਦੀ, ਨਾ ਗੁਰੂ ਦੇ ਪਰਉਪਕਾਰਾਂ ਦੀ ਕੋਈ ਚਿੰਤਾ ਨਹੀਂ ਹੈ। ਤੇ ਇਹ ਪੰਥ ਨੂੰ ਜੋ ਕੁਝ ਬਣਾ ਰਹੇ ਨੇ ਆਪਾਂ ਦੇਖਦੇ ਹਾਂ। ਪਰ ਇਹ ਤਾਂ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਤੌਰ ਤੇ ਉਦਮ ਕਰੀਏ, ਪੜ੍ਹਾਈ ਲਿਖਾਈ ਕਰੀਏ, ਹੌਸਲਾ ਪੈਦਾ ਕਰੀਏ ਤੇ ਇਹਨਾਂ ਵਹਿਮਾਂ ਭਰਮਾਂ ਕਰਮ ਕਾਂਡਾਂ ਤੋਂ ਆਪਣੇ ਲੋਕਾਂ ਨੂੰ ਮੁਕਤੀ ਦਿਵਾਈਏ, ਤਾਂ ਕਿ ਸਾਡਾ ਸੋਹਣਾ ਨਿਰਾਲਾ ਪੰਥ ਅਸੀਂ ਲੋਕਾਂ ਸਾਹਮਣੇ ਕਹਿ ਸਕੀਏ ਸਾਡੇ ਬਾਬੇ ਨਾਨਕ ਨੇ ਤਾਂ ਸਾਨੂੰ ਆਹ ਕੁਝ ਦਿੱਤਾ ਸੀ, ਜਿਹੜਾ ਹੁਣ ਤੱਕ ਤੁਸੀਂ ਵੇਖਿਆ ਉਹ ਸਾਡਾ ਧਰਮ ਦਾ ਹਿੱਸਾ ਨਹੀਂ ਸੀ। ਬਿਲਕੁਲ ਬਿਲਕੁਲ। ਸਰੋਤਿਆਂ ਦੇ ਲਈ ਇੱਕ ਗੱਲ ਧਿਆਨ ਦੇਣ ਵਾਲੀ ਹੈ ਜੀ, ਸਾਡਾ ਜਿਹੜਾ ਪੰਜਾਬੀ ਸਮਾਜ ਹੈ, ਸਾਡੇ ਵਿੱਚ ਇੱਕ ਰਿਵਾਜ ਬਣ ਗਿਆ ਇਹ, ਜਿਹੜਾ ਬੰਦਾ ਬਿਮਾਰੀ ਦੇ ਉੱਤੇ ਪਰਦਾ ਪਾਉਂਦਾ ਹੈ, ਕਿਸੇ ਦੇ ਫੋੜਾ ਨਿਕਲਿਆ ਉਹਦੇ ਉੱਤੇ ਕੱਪੜਾ ਪਾ ਰਿਹਾ, ਉਹਨੂੰ ਢੱਕ ਰਿਹਾ, ਉਹਨੂੰ ਲੁਕੋ ਰਿਹਾ, ਦਿਖਾ ਨਹੀਂ ਰਿਹਾ ਕਿਸੇ ਨੂੰ, ਉਹਨੂੰ ਉਵੇਂ ਕਹਿੰਦਾ ਵੀ ਨਾ ਦਿਖਾਓ ਨਾ ਕਿਸੇ ਨੂੰ, ਆਪਣਾ ਮਾੜਾ ਪੱਖ ਨਾ ਦਿਖਾਓ ਕਿਸੇ ਨੂੰ, ਕਿਉਂਕਿ ਉਹ ਦਿਖਾ ਨਹੀਂ ਰਿਹਾ। ਉਹ ਫੋੜੇ ਤੋਂ ਇੱਕ ਦਿਨ ਵੱਧ ਕੇ ਵੱਡੀ ਬਿਮਾਰੀ ਬਣਨੀ ਹੈ, ਖਤਮ ਹੋ ਜਾ। ਉਹੀ ਕੁਝ ਹੋ ਰਿਹਾ ਸਾਡੀ ਇਸ ਕੌਮੀਅਤ ਦੇ ਵਿੱਚ, ਸਾਡੇ ਧਾਰਮਿਕ ਸਥਾਨਾਂ ਤੇ ਜੋ ਜੋ ਗਲਤ ਹੁੰਦਾ ਹੈ, ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਜੋ ਜੋ ਗਲਤ ਹੈ, ਸਾਡੇ ਇੱਕ ਪਾਸੇ ਦੇ ਵਿਦਵਾਨ ਹੈ ਜਿਹੜੇ ਉਹਨਾਂ ਤੇ ਕੱਪੜਾ ਪਾਉਂਦੇ ਆ, ਉਹਨੂੰ ਢੱਕਦੇ ਆ। ਇੱਕ ਪੱਖ ਉਹ ਹੈ ਜਿਹੜੇ ਪ੍ਰੋਫੈਸਰ ਇੰਦਰ ਸਿੰਘ ਹੋਣੀ ਹੈ, ਰੇਡੀਓ ਵਿਰਸਾ ਵਾਲੀ ਟੀਮ ਹੈ, ਉਹ ਖੋਲ ਕੇ ਸਾਡੇ ਸਾਹਮਣੇ ਰੱਖ ਰਹੀ ਹੈ ਭਾਈ ਆ ਇੱਥੇ ਜਿਹੜੀ ਆ ਚੀਜ਼ ਆ ਠੀਕ ਨਹੀਂ ਹੈ, ਗਲਤ ਹੈ, ਇਹਨੂੰ ਠੀਕ ਕਰਨ ਵਾਲਾ। ਸਮਝਣਾ ਸੋਚਣਾ ਅਸੀਂ ਹੈ ਵੀ ਠੀਕ ਕੌਣ ਹੈ ਤੇ ਗਲਤ ਕੌਣ ਹੈ, ਫੈਸਲਾ ਅਸੀਂ ਕਰਨਾ, ਸਾਡੇ ਤੇ ਹੈ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸਰੋਤਿਆਂ ਨੂੰ ਵੀ ਮਿਲਾਂਗੇ ਜੀ ਆਪਾਂ ਫਿਰ ਅਗਲੇ ਸੋਮਵਾਰ ਪ੍ਰੋਗਰਾਮ ਸਵਾਲ ਜਵਾਬ ਲੈ ਕੇ। ਅੱਜ ਦੇ ਲਈ ਸਾਨੂੰ ਦਿਓ ਇਜਾਜ਼ਤ ਜੀ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।